ਬੱਚਿਓ ਹੁਣ ਆਪਾਂ 7ਵੀਂ ਕਲਾਸ ਦੀ ਸਾਇੰਸ ਵਿਸ਼ੇ ਦਾ ਦੂਸਰਾ ਪਾਠ ਜਿਸ ਦਾ ਨਾਮ ਹੈ ਜੰਤੂਆਂ ਵਿੱਚ ਪੋਸ਼ਣ ਉਹਦੇ ਬਾਰੇ ਆਪਾਂ ਪੜਾਂਗੇ। ਤੋ ਬੱਚਿਓ ਤੁਸੀਂ ਪਿਛਲੇ ਪਾਠ ਦੇ ਵਿੱਚ ਜੰਤੂਆਂ ਵਿੱਚ ਪੋਸ਼ਣ ਬਾਰੇ ਪੜਿਆ ਸੀਗਾ। ਸੋ ਜੰਤੂਆਂ ਪੌਦਿਆਂ ਰਾਹੀਂ ਪੋਸ਼ਣ ਬਾਰੇ ਪੜਿਆ ਸੀਗਾ ਤਾਂ ਉਹਨਾਂ ਪੌਦਿਆਂ ਰਾਹੀਂ ਜਿਹੜਾ ਭੋਜਨ ਤਿਆਰ ਕੀਤਾ ਗਿਆ ਉਸ ਭੋਜਨ ਨੂੰ ਜਦੋਂ ਜੰਤੂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਖਾਂਦੇ ਹਨ ਤਾਂ ਉਹਨਾਂ ਵਿੱਚ ਜਿਹੜਾ ਪੋਸ਼ਣ ਹੁੰਦਾ ਹੈ ਉਸ ਨੂੰ ਆਪਾਂ ਜੰਤੂਆਂ ਵਿੱਚ ਪੋਸ਼ਣ ਕਹਿੰਦੇ ਹਾਂ। ਹੁਣ ਆਪਾਂ ਦੇਖਿਆ ਸੀਗਾ ਕਿ ਪੌਦੇ ਕਿਵੇਂ ਭੋਜਨ ਤਿਆਰ ਕਰਦੇ ਆ, ਕਿੰਨੀ ਮਿਹਨਤ ਦੇ ਨਾਲ ਤਿਆਰ ਕਰਦੇ ਹੈਗੇ ਭੋਜਨ, ਪਰ ਉਹਨਾਂ ਰਾਹੀਂ ਬਣਾਇਆ ਹੋਇਆ ਭੋਜਨ ਉਸ ਦੇ ਆਸਰੇ ਹੀ ਆਪਾਂ ਜਿਉਂਦੇ ਹਾਂ। ਤੋ ਆਪਾਂ 6ਵੀਂ ਕਲਾਸ ਦੇ ਵਿੱਚ ਕੁਝ ਭੋਜਨ ਦੇ ਅਨੇਕ ਘਟਕਾਂ ਬਾਰੇ ਵੀ ਪੜ੍ਹਿਆ ਸੀਗਾ। ਜਿਵੇਂ ਕਿ ਤੁਸੀਂ ਜਾਣਦੇ ਹੀ ਆ, ਤੁਸੀਂ ਉਹ ਘਟਕ ਕਿਹੜੇ ਪੜ੍ਹੇ ਸੀ, ਜਿਸ ਵਿੱਚ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਖਣਿਜ ਤੇ ਵਿਟਾਮਿਨ, ਇਹਦੇ ਬਾਰੇ ਤੁਸੀਂ ਪੜ੍ਹਿਆ ਸੀਗਾ। ਤੋ ਹੁਣ ਉਹਨਾਂ ਘਟਕਾਂ ਨੂੰ ਸਿੱਧੇ ਰੂਪ ਵਿੱਚ ਸਾਡਾ ਸਰੀਰ ਸਾਰਿਆਂ ਨੂੰ ਨਹੀਂ ਪਚਾ ਸਕਦਾ। ਕੁਝ ਕੁ ਘਟਕ ਜਿਹੜੇ ਹੈਗੇ ਆ ਉਹ ਸਰਲ ਹੈ, ਜਿਵੇਂ ਖਣਿਜ ਤੇ ਵਿਟਾਮਿਨ, ਜਿਨ੍ਹਾਂ ਨੂੰ ਸਾਡਾ ਸਰੀਰ ਸਿੱਧਿਆਂ ਹੀ ਪਚਾ ਲੈਂਦਾ, ਪਰ ਬਾਕੀ ਦੇ ਘਟਕ ਜਿਵੇਂ ਕਾਰਬੋਹਾਈਡਰੇਟ, ਚਰਬੀ ਤੇ ਪ੍ਰੋਟੀਨ ਜਿਹੜੇ ਹੈਗੇ ਆ ਇਹ ਜਟਿਲ ਪਦਾਰਥ ਹੈ। ਇਹਨਾਂ ਨੂੰ ਸਰਲ ਰੂਪ ਵਿੱਚ ਬਦਲਣਾ ਪੈਂਦਾ ਤਾਂ ਹੀ ਉਹਨਾਂ ਦਾ ਪਾਚਨ ਹੁੰਦਾ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਜਿਹੜਾ ਪੱਤਿਆਂ ਵਿੱਚ ਕਾਰਬੋਹਾਈਡਰੇਟ ਬਣਦਾ ਹੈਗਾ ਉਹ ਜਿਹੜਾ ਹੈਗਾ ਸਟਾਰਚ ਦੇ ਰੂਪ ਵਿੱਚ ਭੋਜਨ ਉਹਦੇ 'ਚ ਜਮ੍ਹਾਂ ਹੁੰਦਾ ਹੈ, ਜਿਹੜਾ ਕਿ ਇੱਕ ਜਟਿਲ ਰੂਪ ਹੈਗਾ ਕਾਰਬੋਹਾਈਡਰੇਟ ਦਾ, ਪਰ ਉਹਨੂੰ ਸਰਲ ਰੂਪ ਵਿੱਚ ਬਦਲਣਾ ਪੈਂਦਾ। ਸਰਲ ਰੂਪ ਉਸ ਕਾਰਬੋਹਾਈਡਰੇਟ ਦਾ ਕਿਹੜਾ ਹੈਗਾ, ਉਹ ਹੈਗਾ ਗਲੂਕੋਜ਼। ਤੋ ਜੇ ਉਹ ਸਰਲ ਪਦਾਰਥ ਦੇ ਵਿੱਚ ਬਦਲ ਗਿਆ ਫਿਰ ਹੀ ਆਪਣਾ ਸਰੀਰ ਉਹਨੂੰ ਪਚਾ ਸਕਦਾ ਹੈਗਾ। ਤਾਂ ਜਟਿਲ ਪਦਾਰਥਾਂ ਦਾ ਸਰਲ ਪਦਾਰਥਾਂ ਵਿੱਚ ਬਦਲਣਾ ਵਿਖੰਡਨ ਵੀ ਕਹਾਉਂਦਾ ਹੈ ਤੇ ਇਸੇ ਨੂੰ ਹੀ ਆਪਾਂ ਪਾਚਨ ਕਹਿੰਦੇ ਹਾਂ। ਤਾਂ ਆਪਾਂ ਇਸੇ ਬਾਰੇ ਹੀ ਇਸ ਪਾਠ ਵਿੱਚ ਪੜ੍ਹਨਾ ਹੈਗਾ ਵੀ ਉਸ ਭੋਜਨ ਦਾ ਪਾਚਨ ਜਿਹੜਾ ਹੈਗਾ ਉਹ ਕਿਵੇਂ ਹੁੰਦਾ ਹੈ। ਹੁਣ ਭੋਜਨ ਗ੍ਰਹਿਣ ਕਰਨ ਦੀਆਂ ਵੱਖ-ਵੱਖ ਜੀਵਾਂ ਵਿੱਚ ਵੱਖ-ਵੱਖ ਵਿਧੀਆਂ, ਜਿਵੇਂ ਇੱਥੇ ਆਪਾਂ ਨੂੰ ਇੱਕ ਟੇਬਲ ਦਿੱਤਾ ਹੋਇਆ ਜਿਸ ਵਿੱਚ ਆਪਾਂ ਅਲੱਗ-ਅਲੱਗ ਜੀਵਾਂ ਦਾ ਦੇਖਣਾ ਵੀ ਉਹ ਕਿਸ ਤਰ੍ਹਾਂ ਦਾ ਭੋਜਨ ਖਾਂਦੇ ਆ ਤੇ ਉਸ ਭੋਜਨ ਨੂੰ ਗ੍ਰਹਿਣ ਕਰਨ ਦੀ ਵਿਧੀ ਕੀ ਅਪਣਾਉਂਦੇ ਹੈਗੇ ਆ। ਜਿਵੇਂ ਸ਼ਹਿਦ ਦੀ ਮੱਖੀ ਤੇ ਹਮਿੰਗ ਬਰਡ ਜਿਹੜਾ ਹੈਗਾ ਉਹ ਪੌਦਿਆਂ ਦਾ ਰਸ ਚੂਸਦੇ ਆ, ਫੁੱਲਾਂ ਦਾ ਜਿਹੜਾ ਉਹਨਾਂ ਦੇ ਰੰਗਦਾਰ ਪੱਤੀਆਂ ਹੁੰਦੀਆਂ ਉਹਨਾਂ ਦਾ ਰਸ ਚੂਸਦੇ ਆ। ਮਨੁੱਖ ਜਿਹੜਾ ਹੈਗਾ ਜਾਂ ਹੋਰ ਜੰਤੂ ਹੈ ਜਦੋਂ ਛੋਟੇ ਹੁੰਦੇ ਆ ਤਾਂ ਮਾਂ ਦਾ ਦੁੱਧ ਪੀਂਦੇ ਆ। ਜਿਹੜਾ ਅਜਗਰ ਹੈਗਾ ਉਸ ਦਾ ਕੰਮ ਹੈ ਕਿ ਉਹ ਪੂਰੇ ਦੇ ਪੂਰੇ ਸ਼ਿਕਾਰ ਨੂੰ ਨਿਗਲ ਲੈਂਦਾ। ਉਹ ਕਈ ਜੀਵ ਜਿਹੜੇ ਆ ਪਾਣੀ ਵਾਲੇ ਜਿਹੜੇ ਹੈਗੇ ਆ ਉਹ ਪਾਣੀ ਦੇ ਵਿੱਚੋਂ ਭੋਜਨ ਕਣਾਂ ਨੂੰ ਛਾਣ ਕੇ ਆਪਣੇ ਸਰੀਰ ਦੇ ਵਿੱਚ ਲੈ ਕੇ ਜਾਂਦੇ ਆ। ਤਾਂ ਇਸ ਤਰ੍ਹਾਂ ਹੀ ਕੁਛ ਆਪਾਂ ਨੂੰ ਟੇਬਲ ਦੇ ਵਿੱਚ ਜੀਵਾਂ ਦੀਆਂ ਨਾਮ ਦੱਸੇ ਹੈਗੇ ਆ। ਤੁਸੀਂ ਦੇਖਣਾ ਹੈ ਵੀ ਉਹ ਭੋਜਨ ਕਿਹੜੇ ਕਿਸਮ ਦਾ ਖਾਂਦੇ ਆ ਤੇ ਕਿਸ ਤਰ੍ਹਾਂ ਦੀ ਵਿਧੀ ਦੇ ਨਾਲ ਉਹਨੂੰ ਅੰਦਰ ਲੈ ਕੇ ਜਾਂਦੇ ਆ। ਉਹ ਭੋਜਨ ਨੂੰ ਅੰਦਰ ਲਿਜਾਣ ਦੀ ਵਿਧੀ ਛਿੱਲਣਾ ਹੈ, ਚਬਾਣਾ, ਕੱਟਣਾ, ਪਕੜਨਾ, ਨਿਗਲਣਾ ਜਾਂ ਚੂਸਣਾ, ਇਹਦੇ ਵਿੱਚੋਂ ਕਿਹੜੀ ਹੈਗੀ ਹੈ ਤੁਸੀਂ ਇਹ ਦੇਖਣਾ ਹੈਗਾ ਇਸ ਦੇ ਵਿੱਚ। ਹੁਣ ਇੱਕ ਅਜੀਬ ਜਿਹਾ ਸੱਚ ਮੈਂ ਤੁਹਾਨੂੰ ਜਿਹੜਾ ਤਾਰਾ ਮੱਛੀ ਭਾਵ ਜਿਹਨੂੰ ਸਟਾਰ ਫਿਸ਼ ਕਹਿੰਦੇ ਆ ਇਹਦੇ ਬਾਰੇ ਦੱਸਣਾ ਚਾਹਾਂਗਾ। ਇਹਦੇ ਸਰੀਰ ਦੇ ਵਿੱਚ ਜਿਹੜਾ ਮੈਦਾ ਹੁੰਦਾ ਹੈ, ਸਟਾਰ ਫਿਸ਼ ਕੀ ਕਰਦੀ ਹੈ, ਉਹ ਆਪਣੇ ਕਵਚ ਨੂੰ ਖੋਲ੍ਹ ਕੇ ਮੂੰਹ ਵਿੱਚੋਂ ਮੈਦਾ ਬਾਹਰ ਕੱਢ ਦਿੰਦੀ ਹੈ। ਹਾਲਾਂਕਿ ਆਪਣੇ ਸਰੀਰ ਦੇ ਵਿੱਚ ਮੈਦਾ ਅੰਦਰ ਹੁੰਦਾ ਤੇ ਤੁਸੀਂ ਬਣਤਰ ਦੇਖ ਰਹੇ ਆ, ਆਪਣੇ ਸਰੀਰ ਦੇ ਵਿੱਚ ਮੈਦਾ ਅੰਦਰ ਹੁੰਦਾ, ਪਰ ਸਟਾਰ ਫਿਸ਼ ਜਿਹੜੀ ਕੀ ਕਰਦੀ ਆ ਆਪਣੇ ਮੈਦੇ ਨੂੰ ਬਾਹਰ ਕੱਢ ਦਿੰਦੀ ਹੈ ਤੇ ਉਹ ਮੈਦਾ ਜਿਹੜਾ ਹੈਗਾ ਜੰਤੂਆਂ ਦੇ ਕੋਮਲ ਭਾਗਾਂ ਨੂੰ ਖਾ ਕੇ ਆਪਣੇ ਅੰਦਰ ਲੰਘਾ ਲੈਂਦਾ ਤੇ ਫਿਰ ਉਹ ਮੈਦਾ ਜਿਹੜਾ ਹੈਗਾ ਸਟਾਰ ਫਿਸ਼ ਦੇ ਸਰੀਰ ਦੇ ਅੰਦਰ ਚਲਾ ਜਾਂਦਾ ਤਾਂ ਉੱਥੇ ਭੋਜਨ ਦਾ ਹੌਲੀ ਹੌਲੀ ਪਾਚਨ ਕਰਦਾ। ਤਾਂ ਇਹ ਅਜੀਬ ਜੀ ਗੱਲ ਹੈ ਵੀ ਇਹ ਆਪਣੇ ਸਰੀਰ ਦਾ ਅੰਗ ਹੀ ਬਾਹਰ ਕੱਢ ਦਿੰਦੀ ਹੈ ਭੋਜਨ ਦਾ ਪਾਚਨ ਕਰਨ ਲਈ ਸਟਾਰ ਫਿਸ਼ ਜਿਹੜੀ ਹੈਗੀ ਹੈ ਤਾਰਾ ਮੱਛੀ ਹੈਗੀ ਹੈ। ਤਾਂ ਹੁਣ ਆਪਾਂ ਗੱਲ ਕਰਾਂਗੇ ਮਨੁੱਖ ਵਿੱਚ ਪਾਚਨ ਦੀ। ਮਨੁੱਖ ਵਿੱਚ ਪਾਚਨ ਪ੍ਰਕਿਰਿਆ ਕਰਨ ਦੇ ਲਈ ਇਹਦੀਆਂ ਕੁਛ ਕਿਰਿਆਵਾਂ ਹੈਗੀਆਂ ਜਿਹੜੀਆਂ ਪੜਾਅਵਾਰ ਚੱਲਦੀਆਂ, ਜਿਸ ਵਿੱਚ ਸਭ ਤੋਂ ਪਹਿਲਾਂ ਅੰਤਰ ਗ੍ਰਹਿਣ ਹੈ ਜਿਹੜਾ ਮੂੰਹ ਰਾਹੀਂ ਹੁੰਦਾ ਭੋਜਨ ਨੂੰ ਅੰਦਰ ਲੈ ਕੇ ਜਾਣਾ। ਫਿਰ ਉਸ ਭੋਜਨ ਦਾ ਪਾਚਨ ਹੈ ਜਿਹੜਾ ਮੈਦੇ ਵਿੱਚ ਤੇ ਛੋਟੀ ਆਂਦਰ ਦੇ ਵਿੱਚ ਹੁੰਦਾ। ਛੋਟੀ ਆਂਦਰ ਆ ਮੈਦਾ। ਫਿਰ ਉਸ ਤੋਂ ਬਾਅਦ 'ਚ ਭੋਜਨ ਦਾ ਸੋਖਣ ਹੁੰਦਾ। ਭੋਜਨ ਦਾ ਸੋਖਣ ਛੋਟੀ ਆਂਦਰ ਦੀਆਂ ਅੰਦਰਲੀਆਂ ਦੀਵਾਰਾਂ ਜਿਸ ਵਿੱਚ ਉਂਗਲੀ ਨੁਮਾ ਵਿਲਾਈ ਬਣਤਰਾਂ ਹੁੰਦੀਆਂ ਉਹ ਪਚੇ ਹੋਏ ਭੋਜਨ ਦੇ ਰਸ ਨੂੰ ਚੂਸ ਲੈਂਦੀਆਂ
ਤੇ ਉਸ ਤੋਂ ਬਾਅਦ ਹੁੰਦਾ ਸਵੈ ਅੰਗੀਕਰਨ। ਸੁਖਣ ਦੇ ਵਿੱਚ ਭੋਜਨ ਸੈੱਲਾਂ ਤੱਕ ਪਹੁੰਚ ਜਾਂਦਾ ਖੂਨ ਦੇ ਰਸਤੇ। ਤਾਂ ਫਿਰ ਕੱਲੇ ਕੱਲੇ ਸੈੱਲ ਦੇ ਵਿੱਚ ਨਵਾਂ ਜਿਹੜਾ ਸੈੱਲ ਪਦਾਰਥ ਬਣਦਾ ਉਸ ਨੂੰ ਸਵੈ ਅੰਗੀਕਰਨ ਕਹਿੰਦੇ ਆਪਾਂ। ਤੇ ਫਿਰ ਅਣਪਚਿਆ ਭੋਜਨ ਜਿਹੜਾ ਹੈਗਾ ਉਹ ਵੱਡੀ ਆਂਦਰ ਰਾਹੀਂ ਸਰੀਰ ਦੇ ਵਿੱਚੋਂ ਤਿਆਗ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਉਸ ਵਿਧੀ ਨੂੰ ਮਲ ਤਿਆਗ ਕਹਿੰਦੇ ਆ। ਤਾਂ 5 ਪੜਾਅ ਹੁੰਦੇ ਆ ਭੋਜਨ ਨੂੰ ਪਚਾਉਣ ਦੇ। ਤਾਂ ਹੁਣ ਆਪਾਂ ਉਹਨਾਂ ਹਿੱਸਿਆਂ ਦੀ ਗੱਲ ਕਰਾਂਗੇ ਜਿਸ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ। ਸਭ ਤੋਂ ਪਹਿਲਾ ਹਿੱਸਾ ਅੰਤਰ ਗ੍ਰਹਿਣ ਕਰਨ ਦਾ ਜਿਹੜਾ ਹੁੰਦਾ ਉਹਨੂੰ ਆਪਾਂ ਕਹਿੰਦੇ ਮੂੰਹ ਖੋੜ। ਮੂੰਹ ਖੋੜ ਜਿਸ ਰਾਹੀਂ ਭੋਜਨ ਆਪਾਂ ਮੂੰਹ ਦੇ ਅੰਦਰ ਲੈ ਕੇ ਜਾਂਦੇ ਹਾਂ। ਫਿਰ ਉਸਦੀ ਆ ਜਾਂਦੀ ਆ ਭੋਜਨ ਨਲੀ ਜਾਂ ਜਿਹਨੂੰ ਅੰਨ ਨਲੀ ਕਹਿੰਦੇ ਆ। ਆਹ ਜਿਹੜੀ ਲੰਮੀ ਪਾਈਪ ਹੈਗੀ ਇਹਨੂੰ ਭੋਜਨ ਨਲੀ ਕਹਿੰਦੇ ਆ। ਫਿਰ ਉਸ ਤੋਂ ਬਾਅਦ 'ਚ ਆ ਜਾਂਦਾ ਮੈਦਾ। ਫਿਰ ਉਸ ਤੋਂ ਬਾਅਦ 'ਚ ਆ ਜਾਂਦੀ ਆ ਛੋਟੀ ਆਂਦਰ। ਅਤੇ ਫਿਰ ਉਸ ਤੋਂ ਬਾਅਦ 'ਚ ਆ ਜਾਂਦੀ ਆ ਵੱਡੀ ਆਂਦਰ। ਇਹ ਹਿੱਸਿਆਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ। ਵੱਡੀ ਆਂਦਰ ਦਾ ਜਿਹੜਾ ਥੱਲੜਾ ਹਿੱਸਾ ਜਿਹਨੂੰ ਰੈਕਟਮ ਕਹਿੰਦੇ ਆ, ਜਿੱਥੇ ਕਿ ਪਾਣੀ ਦਾ ਵੀ ਵੱਧ ਤੋਂ ਵੱਧ ਸੋਖਣ ਹੁੰਦਾ। ਅਤੇ ਉਸ ਤੋਂ ਬਾਅਦ 'ਚ ਮਲ ਦੁਆਰਾ ਜਿਸ ਰਾਹੀਂ ਜਿਹੜਾ ਠੋਸ ਜਿਹੜਾ ਅਣਪਚਿਆ ਪਦਾਰਥ ਹੈਗਾ ਆਪਣੇ ਭੋਜਨ ਦਾ ਉਹ ਸਰੀਰ ਦੇ ਵਿੱਚੋਂ ਤਿਆਗ ਦਿੱਤਾ ਜਾਂਦਾ ਹੈਗਾ। ਤਾਂ ਇਹਦੇ ਨਾਲ ਨਾਲ ਹੀ ਮੂੰਹ ਦੇ ਵਿੱਚ ਆਪਣੇ ਲਾਰ ਗ੍ਰੰਥੀਆਂ ਹੁੰਦੀਆਂ। ਇਹਨਾਂ ਦਾ ਸਥਾਨ ਬਿਲਕੁਲ ਆਪਣੇ ਕੰਨ ਦੇ ਕੋਲੇ ਹੈ ਅਤੇ ਇੱਕ ਬਿਲਕੁਲ ਜੀਭ ਦੇ ਥੱਲੇ ਹੈ ਅਤੇ ਇੱਕ ਕੰਨ ਅਤੇ ਜੀਭ ਦੇ ਥੱਲੇ ਦੇ ਵਿਚਾਲੇ ਹੈ ਇਸ ਦਾ ਸਥਾਨ। 3 ਜੋੜੀ ਲਾਰ ਗ੍ਰੰਥੀਆਂ ਆਪਣੇ ਮੂੰਹ ਦੇ ਵਿੱਚ ਸਥਿਤ ਹੁੰਦੀਆਂ, ਜਿਨ੍ਹਾਂ ਦਾ ਇੱਕ ਸਾਂਝਾ ਦੁਆਰ ਜਿਹੜਾ ਹੈਗਾ ਉਹ ਜੀਭ ਦੇ ਥੱਲੋਂ ਨਿਕਲਦਾ, ਜਿਸ ਵਿੱਚੋਂ ਜਿਹੜੀ ਲਾਰ ਹੈਗੀ ਆ ਉਹ ਬਾਹਰ ਨਿਕਲਦੀ ਹੈ। ਤੁਸੀਂ ਕਦੇ ਵੀ ਮਹਿਸੂਸ ਕਰੋ ਜਦੋਂ ਥੁੱਕ ਆਪਣੇ ਮੂੰਹ ਵਿੱਚ ਆਉਂਦੀ ਹੈ ਤਾਂ ਉਹ ਜੀਭ ਦੇ ਥੱਲਿਓਂ ਪੈਦਾ ਹੁੰਦੀ ਹੈ। ਤਾਂ ਇਹ ਜੀਭ ਦੇ ਥੱਲਿਓਂ ਹੋਰ ਕਿਤੋਂ ਨਹੀਂ, ਉਹ ਜਿਹੜੀਆਂ ਲਾਰ ਗ੍ਰੰਥੀਆਂ ਹੈਗੀਆਂ ਉਹ ਇੱਥੇ ਲੈ ਕੇ ਆਉਂਦੀਆਂ ਹੈਗੀਆਂ। ਤਾਂ ਹੁਣ ਆਪਾਂ ਇਹਨਾਂ ਸਾਰੇ ਹਿੱਸਿਆਂ ਦੀ ਇੱਕ ਇੱਕ ਕਰਕੇ ਗੱਲ ਕਰਾਂਗੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੂੰਹ ਖੋੜ ਦੀ। ਮੂੰਹ ਖੋੜ ਦੇ ਵਿੱਚ ਆਪਣੇ ਮੂੰਹ ਦੇ ਮੂੰਹ ਖੋੜ 'ਚ ਕਿਹੜੇ ਕਿਹੜੇ ਹਿੱਸੇ ਹੁੰਦੇ ਆ? ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਇੱਕ ਬਹੁਤ ਨਰਮ ਭਾਗ ਹੁੰਦਾ ਜਿਹਨੂੰ ਆਪਾਂ ਜੀਭ ਕਹਿੰਦੇ ਹਾਂ। ਜੀਭ ਆਪਣੇ ਮੂੰਹ ਖੋੜ ਦੇ ਅੰਦਰ ਦਾ ਸਭ ਤੋਂ ਨਰਮ ਭਾਗ ਹੈਗਾ। ਇਸ ਤੋਂ ਇਲਾਵਾ ਜੀਭ ਦੇ ਦੁਆਲੇ, ਜੀਭ ਦੇ ਉੱਪਰ ਅਤੇ ਥੱਲੇ 2 ਜਿਹੜੇ ਜਬਾੜੇ ਹੁੰਦੇ ਆ, ਇੱਕ ਉੱਪਰ ਹੁੰਦਾ ਇੱਕ ਥੱਲੇ ਹੁੰਦਾ। ਇਹਨਾਂ ਜਬਾੜਿਆਂ ਦੇ ਵਿੱਚ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਦੰਦ ਲੱਗੇ ਹੁੰਦੇ ਆ। ਹੁਣ ਤੁਹਾਨੂੰ ਇਹ ਮੈਂ ਦੱਸ ਚੁੱਕਿਆ ਕਿ ਜੀਭ ਦੇ ਥੱਲਿਓਂ ਜਿਹੜੀ ਲਾਰ ਗ੍ਰੰਥੀਆਂ ਦੁਆਰਾ ਲਾਰ ਪੈਦਾ ਕੀਤੀ ਜਾਂਦੀ ਹੈ। ਤਾਂ ਲਾਰ ਦੇ ਵੀ ਇੱਕ ਬਹੁਤ ਵਧੀਆ ਉਪਯੋਗ ਹੈਗਾ ਕਿ ਉਹਨੇ ਜਿਹੜਾ ਭੋਜਨ ਆਪਾਂ ਚਬਾ ਲਿਆ ਦੰਦਾਂ ਦੇ ਰਾਹੀਂ ਉਸ ਨੂੰ ਹੋਰ ਨਰਮ ਕਰਕੇ ਅੰਨ ਨਲੀ ਵਿੱਚ ਜਾਣ ਯੋਗਾ ਕਰ ਦੇਣਾ। ਉਹ ਆਪਣੇ ਆਪ ਇੱਕ ਲੁਬਰੀਕੇਟਿੰਗ ਆਇਲ ਦੇ ਤੌਰ 'ਤੇ ਕੰਮ ਕਰਦੀ ਹੈ। ਆਪਣੀ ਲਾਰ ਜਿਹੜੀ ਹੈਗੀ ਹੈ ਇੱਕ ਗਰੀਸ ਦੇ ਤੌਰ 'ਤੇ ਕੰਮ ਕਰਦੀ ਹੈ, ਜਿਸ ਨਾਲ ਕਿ ਜਿਹੜਾ ਭੋਜਨ ਹੈ ਸੌਖਿਆਂ ਹੀ ਅਗਾਂਹ ਅੰਨ ਨਲੀ ਵਿੱਚ ਚਲਾ ਜਾਂਦਾ। ਆ ਜਿਹੜੀ ਅੰਨ ਨਲੀ ਹੈ ਇਸ ਵਿੱਚ ਉਹ ਚਲਾ ਜਾਂਦਾ, ਪਰ ਉਹ ਹੌਲੀ ਹੌਲੀ ਜਾਂਦਾ। ਇਹ ਅੰਨ ਨਲੀ ਵੀ ਉੱਥੇ ਆਪਣਾ ਕੰਮ ਕਰਦੀ ਹੈਗੀ ਆ। ਸੋ ਇਸ ਤੋਂ ਇਲਾਵਾ ਜਿਹੜੇ ਦੰਦ ਹੈਗੇ ਆ, ਦੰਦਾਂ ਬਾਰੇ ਦੱਸਣਾ ਚਾਹਾਂਗਾ। ਆਪਣੇ 2 ਤਰ੍ਹਾਂ ਦੇ ਦੰਦ ਆਉਂਦੇ ਪੂਰੇ ਜੀਵਨ ਕਾਲ ਦੇ ਵਿੱਚ। ਇੱਕ ਤਾਂ ਆਉਂਦੇ ਆ ਦੁੱਧ ਦੇ ਦੰਦ ਅਤੇ ਇੱਕ ਆਉਂਦੇ ਆ ਸਥਾਈ ਦੰਦ। ਦੁੱਧ ਦੇ ਦੰਦਾਂ ਦੀ ਗਿਣਤੀ ਜਿਹੜੀ ਹੁੰਦੀ ਆ ਉਹ ਲਗਭਗ 20 ਹੁੰਦੀ ਹੈ। ਉਹ 20 ਹੀ ਹੁੰਦੀ ਹੈ। ਤੋ ਇਹਨਾਂ ਦੀ ਉਮਰ ਜਿਹੜੀ ਹੈਗੀ ਹੈ ਲਗਭਗ ਆਪਣੀ ਉਮਰ ਦੇ 10 ਸਾਲ ਤੱਕ ਹੁੰਦੀ ਹੈ। ਬਈ 8-10 ਸਾਲ ਤੱਕ ਆਪਣੇ ਜਿਹੜੇ ਦੁੱਧ ਦੇ ਦੰਦ ਜਿਹੜੇ ਹੈਗੇ ਆ ਉਹ ਕੰਮ ਕਰਦੇ ਰਹਿੰਦੇ ਆ, ਪਰ 8 ਸਾਲ ਦੀ ਉਮਰ ਤੋਂ ਬਾਅਦ ਇਹ ਦੰਦ ਜਿਹੜੇ ਆ ਹੌਲੀ ਹੌਲੀ ਝੜਨੇ ਸ਼ੁਰੂ ਹੋ ਜਾਂਦੇ ਆ ਅਤੇ ਉਹਦੀ ਜਗ੍ਹਾ 'ਤੇ ਆਪਣੇ ਸਥਾਈ ਦੰਦ ਆ ਜਾਂਦੇ ਆ। ਹੁਣ ਇਹ ਸਥਾਈ ਦੰਦਾਂ ਬਾਰੇ ਤੁਹਾਨੂੰ ਦੱਸੂਗਾ। ਸਥਾਈ ਦੰਦਾਂ ਦੇ ਵਿੱਚ ਜੇ ਆਪਾਂ ਇੱਕ ਜਬਾੜੇ ਦੀ ਪਰਖ ਕਰੀਏ ਤਾਂ ਮੂਹਰਲੇ ਪਾਸੇ ਜਿਹੜੇ 4 ਦੰਦ ਹੁੰਦੇ ਆ ਉਹਨਾਂ ਨੂੰ ਅਗਲੇ ਦੰਦ ਕਹਿੰਦੇ ਆ। ਇਹ ਦੰਦ ਜਿਹੜੇ ਆ ਇਹ ਕਿਸ ਦੇ ਕੰਮ ਆਉਂਦੇ ਆ? ਕੱਟਣ ਅਤੇ ਚਿੱਥਣ ਦੇ। ਇਹ ਕੱਟਣ ਅਤੇ ਚਿੱਥਣ ਦੇ ਕੰਮ ਆਉਂਦੇ ਆ। ਉੱਪਰਲੇ ਜਬਾੜੇ 'ਚ ਵੀ 4 ਹੁੰਦੇ ਆ ਅਤੇ ਥੱਲੜੇ ਜਬਾੜੇ 'ਚ ਵੀ 4 ਹੁੰਦੇ ਆ, ਇਸ ਕਰਕੇ ਇਹਨਾਂ ਦੀ ਗਿਣਤੀ 8 ਹੁੰਦੀ ਹੈ। ਫਿਰ ਉਸ ਤੋਂ ਬਾਅਦ 'ਚ ਆ ਜਾਂਦੇ ਆ ਅਗਾਂਹ ਇੱਧਰਲੇ ਪਾਸੇ ਕੱਟਣ ਵਾਲੇ ਦੰਦ। ਇੱਕ ਇੱਧਰ ਹੁੰਦਾ ਤਿੱਖਾ ਦੰਦ, ਸੂਏ ਦੰਦ ਵੀ ਜਿਹਨੂੰ ਕਹਿ ਦਿੰਦੇ ਆ, ਇੱਕ ਇੱਧਰ ਹੁੰਦਾ ਸੂਏ ਦੰਦ। ਤਾਂ ਇਹ ਇੱਕ ਜਬਾੜੇ 'ਚ 2 ਹੋਏ ਤਾਂ ਉੱਪਰਲੇ ਜਬਾੜੇ 'ਚ ਵੀ 2 ਹੋਣਗੇ ਅਤੇ ਚੀਰਣ ਅਤੇ ਪਾੜਨ ਵਾਲੇ ਦੰਦਾਂ ਦੀ ਗਿਣਤੀ ਕਿੰਨੀ ਹੁੰਦੀ ਆਪਣੇ ਦੋਨਾਂ ਜਬਾੜਿਆਂ 'ਚ? 4। ਫਿਰ ਇਸ ਵਿੱਚ ਆ ਜਾਂਦੀਆਂ ਹੈਗੀਆਂ ਆਹ ਵਾਲੀਆਂ 2 ਤੁਹਾਨੂੰ ਦਿਖ ਰਹੀਆਂ, 2 ਅਗਲੀਆਂ ਜੜ੍ਹਾਂ ਅਤੇ 3 ਪਿਛਲੀਆਂ ਜੜ੍ਹਾਂ। ਇਹਨਾਂ 2 ਅਗਲੀਆਂ ਜੜ੍ਹਾਂ ਨੂੰ ਪ੍ਰੀ ਮੋਲਰ ਕਹਿੰਦੇ ਆ, ਇਹਨਾਂ ਨੂੰ ਮੋਲਰ ਵੀ ਕਹਿੰਦੇ ਆ। ਇਹਨਾਂ 4 ਨੂੰ ਇਨਸੀਜ਼ਰ ਕਹਿੰਦੇ ਆ, ਇਸ ਤਿੱਖੇ ਦੰਦ ਨੂੰ ਕੈਨਾਈਨ ਵੀ ਕਹਿੰਦੇ ਹੈਗੇ ਆ। ਤਾਂ 5 ਜੜ੍ਹਾਂ ਇੱਥੇ ਹੋਈਆਂ, 5 ਜੜ੍ਹਾਂ ਹੀ ਇੱਧਰ ਹੋਈਆਂ, ਤਾਂ ਇੱਕ ਜਬਾੜੇ 'ਚ 10 ਜੜ੍ਹਾਂ ਹੋਈਆਂ।
ਤਾਂ ਇਹਨਾਂ ਜੜ੍ਹਾਂ ਨੂੰ ਚਬਾਉਣ ਅਤੇ ਪੀਣ ਵਾਸਤੇ ਵਰਤਿਆ ਜਾਂਦਾ ਹੈ। ਅਤੇ 10 ਹੀ ਥੱਲੇ ਹੋਈਆਂ ਅਤੇ 10 ਹੀ ਉੱਤੇ ਹੋਈਆਂ, ਤਾਂ ਕੁੱਲ ਜੜ੍ਹਾਂ ਜੜ੍ਹਾਂ ਜਿਹੜੀਆਂ ਹੈਗੀਆਂ ਉਹ ਕਿੰਨੀਆਂ ਹੋ ਗਈਆਂ ਆਪਣੇ 20। ਅਤੇ ਜੇ ਹੁਣ ਕੁੱਲ ਦੰਦਾਂ ਦੀ ਗਿਣਤੀ ਕਰੀਏ ਤਾਂ 20 4 24, 24 ਅਤੇ 8 32 ਦੰਦ। ਤਾਂ ਵੱਧ ਤੋਂ ਵੱਧ ਆਪਣੇ ਜੀਵਨ ਕਾਲ ਦੇ ਵਿੱਚ ਜਿਹੜੇ ਸਥਾਈ ਦੰਦ ਹੈ ਉਹ 32 ਹੋ ਸਕਦੇ ਆ। ਪਰ ਫਿਰ ਵੀ ਕਿਤੇ ਕਿਤੇ ਆਪਾਂ ਨੂੰ ਕਨਫਿਊਜ਼ਨ ਰਹਿੰਦਾ ਹੈ। ਕਈ ਵਾਰੀ ਇਹ ਦੰਦਾਂ ਦੀ ਗਿਣਤੀ ਜਿਹੜੀ ਹੈਗੀ ਹੈ ਕਿਸੇ ਦੇ 28 ਹੁੰਦੀ ਹੈ, ਕਿਸੇ ਦੇ 24 ਹੁੰਦੀ ਹੈ। ਉਹਦਾ ਕਾਰਨ ਕੀ ਹੈਗਾ ਕਿ ਉਹਨਾਂ ਵਿੱਚ ਜਿਹੜੇ ਚਬਾਉਣ ਵਾਲੇ ਦੰਦ ਹੈ ਉਹਨਾਂ ਦੀ ਗਿਣਤੀ ਘੱਟ ਜਾਂਦੀ ਹੈ। ਕਈ ਵਾਰੀ ਆਹ ਜਿਹੜੇ ਚਬਾਉਣ ਵਾਲੇ ਦੰਦ ਹੈਗੇ ਆ ਜੜ੍ਹਾਂ ਜਿਹੜੀਆਂ ਹੈਗੀਆਂ 3 ਦੀ ਬਜਾਏ 2 ਹੀ ਆਉਂਦੀਆਂ, 1 ਆਉਂਦੀ ਨਹੀਂ। ਤਾਂ ਜੇ 1 ਇੱਥੇ ਨਾ ਆਈ, 1 ਇੱਥੇ ਨਾ ਆਈ, 2 ਉੱਤੇ ਨਾ ਆਈਆਂ ਤਾਂ 4 ਘਟ ਗਈਆਂ, ਭਾਵ 32 ਚੋਂ 4 ਘਟਾਓ 28। ਇਸੇ ਤਰ੍ਹਾਂ ਕਈ ਵਾਰੀ ਇਹ ਹੁੰਦਾ ਕਿ 3 ਚੋਂ 2 ਜੜ੍ਹਾਂ ਆ ਰਹਿੰਦੀਆਂ ਅਤੇ ਆਹ 2 ਚੋਂ 1 ਜੜ ਰਹਿ ਜਾਂਦੀ ਹੈ ਅਤੇ 1 ਨਹੀਂ ਆਉਂਦੀ। ਤਾਂ 2 ਨਹੀਂ ਆਈਆਂ, 2 ਇੱਥੇ ਨਹੀਂ ਆਈਆਂ, 2 ਇੱਥੇ ਨਹੀਂ ਆਈਆਂ, ਤਾਂ ਕੁੱਲ 4 ਥੱਲੇ ਹੋ ਗਈਆਂ ਅਤੇ 4 ਉੱਤੇ ਹੋ ਗਈਆਂ, 8 ਬਣ ਗਈਆਂ। ਤਾਂ 8 ਜੇ 32 ਚੋਂ ਘਟਾਈਏ ਤਾਂ ਕਿੰਨੇ ਦੰਦ ਹੋਏ? 24 ਦੰਦ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਕਿਉਂ ਕਿਸੇ ਦੇ ਦੰਦ 24 ਹੁੰਦੇ ਆ ਅਤੇ ਕਿਉਂ ਕਿਸੇ ਦੇ ਦੰਦ 28 ਹੁੰਦੇ ਆ। ਤਾਂ ਇਹ ਤਾਂ ਸੀਗਾ ਆਪਣੇ ਦੰਦਾਂ ਬਾਰੇ, ਦੰਦਾਂ ਦੇ ਕੰਮ ਕੀ ਹੈਗੇ ਆ, ਅਤੇ ਉਹਨਾਂ ਦੰਦਾਂ ਦੀ ਤੁਹਾਨੂੰ ਪਤਾ ਲੱਗ ਗਈ ਵੀ ਗਿਣਤੀ ਕਿਹੜੀ ਕਿਹੜੀ ਹੈਗੀ ਆ, ਉਹ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ। ਹੁਣ ਆਪਾਂ ਜਿਹੜਾ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਦੱਸਿਆ ਸੀਗਾ ਕਿ ਜਟਲ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਬਦਲਣ ਵਾਲੀ ਗੱਲ ਹੈ, ਉਹਦੇ ਸੰਬੰਧ ਵਿੱਚ ਆਪਣੀ ਇੱਕ ਕਿਰਿਆ ਹੈਗੀ ਹੈ ਜਿਸ ਵਿੱਚ ਆਪਾਂ ਸਟਾਰਚ ਦੀ ਪਰਖ ਕਰਨੀ ਹੈ। ਉਸ ਸਟਾਰਚ 'ਤੇ ਲਾਰ ਦਾ ਕੀ ਅਸਰ ਹੈ ਉਹਦੇ ਬਾਰੇ ਦੇਖਣਾ ਹੈ। ਸਟਾਰਚ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਇਹ ਇੱਕ ਗੁੰਝਲਦਾਰ ਭੋਜਨ ਪਦਾਰਥ ਹੈਗਾ, ਜਟਲ ਪਦਾਰਥ ਹੈ। ਇਹਨੂੰ ਸਰਲ ਪਦਾਰਥ ਵਿੱਚ ਬਦਲਣਾ ਪੈਂਦਾ ਹੈ। ਸਰਲ ਪਦਾਰਥ ਵਿੱਚ ਉਹ ਬਦਲਿਆ ਕਿ ਨਹੀਂ ਬਦਲਿਆ ਉਹਦੀ ਆਪਾਂ ਪਰਖ ਕਰਨੀ ਹੈ। ਆਪਾਂ ਕੀ ਕਰਨਾ ਹੈਗਾ, ਆਪਾਂ ਚਾਵਲਾਂ ਦੇ ਉੱਤੇ ਇਸ ਦਾ ਪ੍ਰਯੋਗ ਕਰਾਂਗੇ। ਪਹਿਲਾਂ ਤਾਂ ਆਪਾਂ 2 ਪਰਖ ਨਲੀਆਂ ਲੈਣੀਆਂ, ਇੱਕ ਦਾ ਨਾਮ ਆਪਾਂ ਰੱਖ ਦੇਣਾ A ਅਤੇ ਇੱਕ ਦਾ ਨਾਮ ਰੱਖ ਦੇਣਾ ਆਪਾਂ B। ਦੋਨਾਂ ਪਰਖ ਨਲੀਆਂ ਦੇ ਵਿੱਚ ਪਰਖ ਨਲੀ ਜਿਹੜੀ A ਹੈਗੀ ਹੈ ਉਹਦੇ ਵਿੱਚ ਆਪਾਂ 1 ਚਮਚਾ ਉਬਲੇ ਹੋਏ ਚਾਵਲ ਪਾਉਣੇ ਆ, ਅਤੇ ਪਰਖ ਨਲੀ B ਦੇ ਵਿੱਚ ਆਪਾਂ ਕਿਹੜੇ ਚਾਵਲ ਪਾਉਣੇ ਆ? ਕੁਝ ਚਾਵਲ ਆਪਾਂ 3 ਤੋਂ 5 ਮਿੰਟ ਤੱਕ ਕੱਚੇ ਚਾਵਲ ਆਪਾਂ ਚੱਬਣੇ ਆ, ਅੰਦਰ ਨਹੀਂ ਲੰਘਾਉਣੇ, ਸਿਰਫ ਚੱਬਣੇ ਆ। ਚੱਬ ਕੇ ਉਹਨਾਂ ਨੂੰ ਲਗਭਗ 5 ਮਿੰਟ ਤੱਕ ਚਬਾ ਕੇ ਉਸ ਤੋਂ ਬਾਅਦ ਉਹਨੂੰ ਆਪਾਂ B ਟੈਸਟ ਟਿਊਬ ਦੇ ਵਿੱਚ ਪਾਵਾਂਗੇ, ਅਤੇ ਉਹਦੇ ਵਿੱਚ ਆਪਾਂ ਲਗਭਗ 4 ml ਪਾਣੀ ਵੀ ਪਾਵਾਂਗੇ ਦੋਨਾਂ ਟੈਸਟ ਟਿਊਬਾਂ ਦੇ ਵਿੱਚ, ਇਹਦੇ ਵਿੱਚ ਵੀ ਅਤੇ ਇਹਦੇ ਵਿੱਚ ਵੀ। ਹੁਣ ਆਪਾਂ ਦੋਨਾਂ ਟੈਸਟ ਟਿਊਬਾਂ ਦੇ ਵਿੱਚ ਆਇਓਡੀਨ ਘੋਲ ਦੀਆਂ 2-2 ਬੂੰਦਾਂ ਪਾਵਾਂਗੇ, ਤਾਂ ਆਪਾਂ ਪਰਿਵਰਤਨ ਕੀ ਦੇਖਾਂਗੇ? ਇਹ ਟੈਸਟ ਟਿਊਬ ਦੇ ਵਿੱਚ ਜਿਹੜਾ ਘੋਲ ਦਾ ਰੰਗ ਹੈਗਾ ਉਹ ਜਾਮਣੀ ਜਾਂ ਕਾਲਾ ਹੋ ਜਾਏਗਾ। ਉਹਦਾ ਕਾਰਨ ਕਿਉਂ ਹੋਇਆ? ਕਿਉਂਕਿ ਉਬਲੇ ਹੋਏ ਚਾਵਲ ਜਿਹੜੇ ਹੈਗੇ ਆ ਉਹਨਾਂ ਵਿੱਚ ਹਾਲੇ ਵੀ ਸਟਾਰਚ ਹੈਗੀ ਹੈ। ਸਟਾਰਚ ਇੱਕ ਜਟਲ ਪਦਾਰਥ ਹੈ ਜਿਹਦਾ ਪਾਚਨ ਨਹੀਂ ਹੋ ਸਕਿਆ ਉਦੋਂ, ਪਰ ਜਦੋਂ ਆਪਾਂ ਚਾਵਲ ਚਬਾ ਲਏ 5 ਮਿੰਟ ਤੱਕ ਚਾਵਲ ਚਬਾਉਣ ਤੋਂ ਬਾਅਦ ਉਹਨਾਂ ਚਾਵਲਾਂ ਵਿਚਲੀ ਜਿਹੜੀ ਸਟਾਰਚ ਸੀਗੀ ਉਹ ਗਲੂਕੋਜ਼ ਵਿੱਚ ਤਬਦੀਲ ਹੋ ਗਈ। ਪਰ ਫਿਰ ਵੀ ਕਈ ਵਾਰੀ ਇਹ ਕਿਰਿਆ ਕਰਨ ਵੇਲੇ ਆਪਾਂ ਨੂੰ ਚਬਾਏ ਹੋਏ ਚਾਵਲਾਂ ਦੇ ਵਿੱਚ ਵੀ ਹਲਕਾ ਨੀਲਾ ਰੰਗ ਆ ਜਾਂਦਾ ਹੈ। ਉਹ ਹਲਕਾ ਨੀਲਾ ਰੰਗ ਕਿਉਂ ਆ ਜਾਂਦਾ ਹੈ? ਕਿ ਸਟਾਰਚ ਹਾਲੀ ਵੀ ਉਹਨਾਂ ਚਾਵਲਾਂ 'ਚ ਮੌਜੂਦ ਹੈ, ਪੂਰੀ ਤਰ੍ਹਾਂ ਹਾਲੀ ਸਟਾਰਚ ਉਸ ਵਿੱਚੋਂ ਨਹੀਂ ਗਈ। ਤਾਂ ਇਸ ਕਿਰਿਆ ਦੇ ਨਾਲ ਆਪਾਂ ਪਤਾ ਲਾ ਸਕਦੇ ਹਾਂ ਕਿ ਆਪਣੀ ਜਿਹੜੀ ਲਾਰ ਹੈਗੀ ਆ ਉਸ ਨੇ ਸਟਾਰਚ ਦਾ ਪਾਚਨ ਕਰ ਲਿਆ, ਕਿਉਂਕਿ ਲਾਰ ਦਾ ਮੁੱਖ ਕੰਮ ਇਹੀ ਹੈ ਕਿ ਉਹਨੇ ਸਟਾਰਚ ਨੂੰ ਕੁਛ ਮਾਤਰਾ ਵਿੱਚ ਆਪਣੇ ਭੋਜਨ ਦੇ ਵਿੱਚੋਂ ਗਲੂਕੋਜ਼ ਵਿੱਚ ਬਦਲ ਦੇਣਾ। ਉਹ ਗਲੂਕੋਜ਼ ਉਹਦਾ ਸਰਲ ਰੂਪ ਹੈਗਾ ਕਾਰਬੋਹਾਈਡਰੇਟ ਦਾ, ਜਦ ਕਿ ਜਿਹੜੀ ਸਟਾਰਚ ਹੈਗੀ ਆ ਉਹਦਾ ਜਟਲ ਰੂਪ ਹੈਗਾ। ਤਾਂ ਇਹ ਆਪਣੀ ਕਿਰਿਆ ਆਪਾਂ ਕਰਕੇ ਦੇਖ ਸਕਦੇ ਹਾਂ। ਲੈਬ ਦੇ ਵਿੱਚ ਆਪਾਂ ਇਹ ਕਿਰਿਆ ਕਰਾਂਗੇ। ਅਤੇ ਹੁਣ ਆਪਾਂ ਗੱਲ ਕਰਾਂਗੇ ਆਪਣੀ ਜੀਭ ਜਿਹੜੀ ਕਿ ਇੱਕ ਬੜੀ ਮੁਲਾਇਮ ਬਣਤਰ ਹੈਗੀ ਆ। ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਵਾਦ ਲਈ ਅਲੱਗ-ਅਲੱਗ ਖੇਤਰ ਬਣੇ ਹੋਏ ਆ। ਬੱਚਿਓ, ਤੁਹਾਨੂੰ ਜੀਭ ਦੇ ਸਵਾਦ ਦੇ ਖੇਤਰਾਂ ਬਾਰੇ ਦੱਸਣਾ ਚਾਹਾਂਗਾ। ਦੇਖੋ, ਕੁਦਰਤ ਨੇ ਕਿੱਡੀ ਵਧੀਆ ਪ੍ਰਵਿਰਤੀ ਬਣਾਈ ਹੈ ਆਪਣੇ ਲਈ ਜੀਭ ਦੇ ਸਵਾਦ ਦੀ ਵੀ ਸਭ ਤੋਂ ਪਹਿਲਾਂ ਜਿਹੜਾ ਬਿਲਕੁਲ ਜੀਭ ਦੇ ਮੂਹਰੇ ਖੇਤਰ ਰੱਖਿਆ ਗਿਆ ਇਹ ਮਿੱਠੇ ਦੀ ਪਹਿਚਾਣ ਕਰਦਾ ਹੈ। ਜੋ ਵੀ ਆਪਾਂ ਮਿੱਠਾ ਖਾਂਦੇ ਹਾਂ, ਇਸੇ ਤਰ੍ਹਾਂ ਜਿਹੜਾ ਆਹ ਵਾਲਾ ਖੇਤਰ ਹੈ ਇਹ ਪਹਿਚਾਣ ਕਰਦਾ ਨਮਕੀਨ ਦੀ। ਉਦੋਂ ਪਿੱਛੇ ਜਿਹੜਾ ਹੈਗਾ ਇਹ ਖੱਟੇ ਦੀ ਪਹਿਚਾਣ ਕਰਦਾ ਖੇਤਰ ਹੈ,
ਤੇ ਜਿਹੜਾ ਆਹ ਵਾਲਾ ਪਿਛਲਾ ਖੇਤਰ ਹੁੰਦਾ ਹੈ, ਇੱਥੇ ਆਪਣੇ ਜੀਭ ਦੇ ਕੌੜੇ ਦੀ ਪਹਿਚਾਣ ਕੀਤੀ ਜਾਂਦੀ ਹੈ। ਤੁਸੀਂ ਨੋਟ ਕੀਤਾ ਹੋਣਾ ਕਿ ਆਪਾਂ ਜਦੋਂ ਗੋਲੀ ਖਾਂਦੇ ਆ ਨਾ, ਆਪਾਂ ਪਿਛਲੇ ਪਾਸੇ ਰੱਖ ਲੈਂਦੇ ਆ ਤੇ ਆਪਾਂ ਕਹਿੰਦੇ ਵੀ ਗੋਲੀ ਕੌੜੀ ਸੀਗੀ। ਉਹ ਗੋਲੀ ਕੌੜੀ ਤਾਂ ਸੀਗੀ ਤੇ ਉਹਦਾ ਖੇਤਰ ਤੇ ਹੀ ਆਪਾਂ ਰੱਖ ਲਿਆ, ਤੇ ਜੇ ਉਸੇ ਗੋਲੀ ਨੂੰ ਆਪਾਂ ਮੂਹਰੇ ਰੱਖ ਕੇ ਲੰਘਾਈਏ ਫਿਰ ਆਪਾਂ ਨੂੰ ਉਹ ਕੌੜੀ ਨਹੀਂ ਲੱਗੇਗੀ। ਤਾਂ ਇਹ ਗੱਲ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਤਾਂ ਕੁਦਰਤ ਨੇ ਦੇਖੋ ਸਭ ਤੋਂ ਵਧੀਆ ਸਵਾਦ ਮੂਹਰੇ ਬਣਾਇਆ, ਉਦੋਂ ਪਿੱਛੇ ਉਦੋਂ ਘੱਟ ਸਵਾਦ ਵਾਲਾ, ਉਦੋਂ ਪਿੱਛੇ ਉਦੋਂ ਘੱਟ ਸਵਾਦ ਵਾਲਾ, ਸਭ ਤੋਂ ਜਿਹੜਾ ਬੇਸਵਾਦਾ ਹੈਗਾ ਕੌੜਾ ਉਹ ਪਿੱਛੇ ਰੱਖਿਆ। ਤੇ ਇਹ ਜੀਭ ਦੇ ਆਪਣੇ ਖੇਤਰ ਹੈਗੇ ਆ ਜਿੱਥੇ ਕਿ ਅਲੱਗ-ਅਲੱਗ ਤਰ੍ਹਾਂ ਦੇ ਪੈਪਿਲਾ ਲੱਗੇ ਹੋਏ ਆ, ਛੋਟੇ-ਛੋਟੇ ਬਿੰਦੂ ਬਣੇ ਹੋਏ ਆ, ਜਿਨ੍ਹਾਂ ਦੀਆਂ ਜਿਹੜੀਆਂ ਅਗਾਂਹ ਨਾੜੀਆਂ ਹੈਗੀਆਂ ਉਹ ਅਗਾਂਹ ਦਿਮਾਗ ਤੱਕ ਕਨੈਕਟ ਹੁੰਦੀਆਂ, ਜਿਸ ਨਾਲ ਆਪਾਂ ਨੂੰ ਅਲੱਗ-ਅਲੱਗ ਚੀਜ਼ਾਂ ਦਾ ਜਿਹੜਾ ਸਵਾਦ ਹੈ ਉਹ ਮਹਿਸੂਸ ਹੁੰਦਾ ਹੈਗਾ। ਤਾਂ ਇਹ ਜੀਭ ਦੇ ਜਿਹੜੇ ਮੁੱਖ ਖੇਤਰ ਸੀਗੇ ਇਹਦੇ ਬਾਰੇ ਤੁਹਾਨੂੰ ਪਤਾ ਲੱਗਿਆ। ਹੁਣ ਦੰਦਾਂ ਦੇ ਖਰਾਬ ਹੋਣ ਦੇ ਕਾਰਨਾਂ ਬਾਰੇ ਵੀ ਥੋੜ੍ਹਾ ਦੱਸਣਾ ਬਣਦਾ ਹੈਗਾ। ਇੱਥੇ ਆਪਾਂ ਬਹੁਤ ਸਾਰੇ ਭੋਜਨ ਖਾਂਦੇ ਹਾਂ ਆਪਣੇ ਸਵਾਦ ਦੇ ਅਨੁਸਾਰ, ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਈ ਭੋਜਨ ਪਦਾਰਥ ਜਿਹੜੇ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਤੇਜ਼ਾਬ ਹੋ ਸਕਦੇ ਹਾਨੀਕਾਰਕ। ਅਤੇ ਕਈ ਵਾਰੀ ਆਪਾਂ ਬਾਹਲਾ ਮਿੱਠਾ ਖਾਂਦੇ ਹਾਂ, ਚੋਕਲੇਟ ਜਾਂ ਟੌਫੀਆਂ ਖਾਂਦੇ ਹਾਂ, ਉਹਦੇ ਨਾਲ ਉਹ ਆਪਣੇ ਦੰਦਾਂ ਦੇ ਵਿਚਕਾਰ ਫਸ ਜਾਂਦੇ ਆ ਅਤੇ ਜੀਵਾਣੂ ਉਹਨਾਂ ਦੰਦਾਂ ਦੇ ਵਿਚਲੇ ਉਹਨਾਂ ਮਿੱਠੇ ਨੂੰ ਉਹ ਖਾਣਾ ਸ਼ੁਰੂ ਕਰ ਦਿੰਦੇ ਆ। ਤਾਂ ਜਦੋਂ ਉਹ ਖਾਂਦੇ ਆ ਤਾਂ ਦੰਦਾਂ ਦਾ ਵੀ ਨੁਕਸਾਨ ਹੁੰਦਾ, ਦੰਦਾਂ ਨੂੰ ਵੀ ਉਹ ਭੋਰਨਾ ਸ਼ੁਰੂ ਕਰ ਦਿੰਦੇ ਆ। ਅਤੇ ਤੇਜ਼ਾਬ ਤਾਂ ਆਪਣੇ ਦੰਦਾਂ 'ਤੇ ਕਿਰਿਆ ਕਰਕੇ ਦੰਦਾਂ ਨੂੰ ਹੌਲੀ ਹੌਲੀ ਖੋਰਨਾ ਵੀ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਆਪਾਂ ਨੂੰ ਹਰ ਰੋਜ਼ ਸੁਬਾਹ ਅਤੇ ਸ਼ਾਮ ਬੁਰਸ਼ ਕਰਨਾ ਆਪਾਂ ਨੂੰ ਜ਼ਰੂਰੀ ਹੈ। ਘੱਟੋ ਘੱਟ 2 ਵਾਰੀ ਬੁਰਸ਼ ਜਾਂ ਦਾਤਣ ਕਰਨੀ ਚਾਹੀਦੀ ਹੈ। ਕੁਝ ਖਾਣ ਤੋਂ ਬਾਅਦ ਆਪਾਂ ਨੂੰ ਕੁਰਲੀ ਜ਼ਰੂਰ ਕਰਨੀ ਚਾਹੀਦੀ ਹੈ। ਅਤੇ ਕੋਈ ਵੀ ਵਸਤੂ ਮੂੰਹ ਦੇ ਅੰਦਰ ਜਿਹੜੀ ਹੈਗੀ ਆ ਉਹ ਆਪਾਂ ਨੂੰ, ਜਾਂ ਜੇ ਆਪਣੀ ਉਂਗਲੀਆਂ ਗੰਦੀਆਂ ਜਾਂ ਬਿਨਾਂ ਧੋਤੇ ਕੋਈ ਵੀ ਵਸਤੂ ਮੂੰਹ ਵਿੱਚ ਆਪਾਂ ਨੂੰ ਨਹੀਂ ਪਾਉਣੀ ਚਾਹੀਦੀ। ਤਾਂ ਇਹ ਦੰਦਾਂ ਦੇ ਖਰਾਬ ਹੋਣ ਦੇ ਕਾਰਨ ਬਾਰੇ ਸੀ। ਜੀਭ ਬਾਰੇ ਆਪਾਂ ਦੇਖ ਲਿਆ ਵੀ ਇਹ ਸੁਤੰਤਰ ਭਾਗ ਹੈਗਾ ਆਪਣੇ ਜਿਹੜਾ ਮੂੰਹ ਦਾ ਹੈਗਾ, ਅਤੇ ਜਿਹੜਾ ਕਿ ਅਗਾਂਹ ਭੋਜਨ ਨੂੰ ਲੰਘਾਉਣ ਦੇ ਵਿੱਚ ਅਤੇ ਭੋਜਨ ਦਾ ਸਵਾਦ ਪਤਾ ਕਰਨ ਦੇ ਵਿੱਚ ਹੈਲਪ ਕਰਦਾ। ਇਹਦੇ 'ਤੇ ਬਹੁਤ ਸਾਰੀਆਂ ਸਵਾਦ ਕਲੀਆਂ ਹੁੰਦੀਆਂ, ਉਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ। ਜਿਹੜੇ ਸਵਾਦ ਦੇ ਖੇਤਰ ਉਹਨਾਂ ਨੂੰ ਸਵਾਦ ਕਲੀਆਂ ਕਹਿੰਦੇ ਹਨ। ਤਾਂ ਇਸ ਸਵਾਦ ਦੇ ਸੰਬੰਧ 'ਚ ਆਪਾਂ ਕਿਰਿਆ ਵੀ ਕਰਕੇ ਦੇਖ ਸਕਦੇ ਹਾਂ। ਉਸ ਕਿਰਿਆ ਦੇ ਵਿੱਚ ਆਪਾਂ ਚੀਨੀ ਦਾ ਘੋਲ, ਨਮਕ ਦਾ ਘੋਲ, ਨਿੰਬੂ ਦਾ ਰਸ ਅਤੇ ਨਿੰਮ ਦੇ ਪੱਤੇ ਜਾਂ ਕਰੇਲਿਆਂ ਦਾ ਰਸ ਲੈਣਾ ਹੈਗਾ। ਚੀਨੀ ਦਾ ਘੋਲ ਮਿੱਠਾ ਹੋਵੇਗਾ, ਨਮਕ ਦਾ ਘੋਲ ਨਮਕੀਨ ਹੋਵੇਗਾ, ਨਿੰਬੂ ਦਾ ਰਸ ਖੱਟਾ ਹੋਵੇਗਾ ਅਤੇ ਕਰੇਲਿਆਂ ਦਾ ਰਸ ਜਾਂ ਨਿੰਮ ਦੇ ਪੱਤੇ ਉਹ ਕੌੜੇ ਹੋਣਗੇ। ਤਾਂ ਆਪਾਂ ਕੀ ਕਰਨਾ ਹੈਗਾ, ਇੱਕ ਇੱਕ ਕਰਕੇ ਜੀਭ ਜਿਹੜੀ ਹੈਗੀ ਆ ਉਸ ਦੇ ਉੱਤੇ ਰੱਖਾਂਗੇ। ਪਹਿਲਾਂ ਤਾਂ ਮਿੱਤਰ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਜੀਭ ਬਾਹਰ ਕੱਢ ਕੇ ਸਿੱਧੀ ਰੱਖਣ ਨੂੰ ਉਹਨੂੰ ਕਹਿਣਾ ਆਪਾਂ। ਫਿਰ ਜੀਭ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਅਲੱਗ-ਅਲੱਗ ਵਸਤੂਆਂ ਪਾ ਕੇ ਦੇਖਾਂਗੇ। ਜਿਵੇਂ ਜੇ ਮੰਨ ਲਓ ਆਪਣੇ ਕੋਲ ਕੋਈ ਚੀਨੀ ਦਾ ਘੋਲ ਆ, ਉਹਦੀਆਂ 2 ਬੂੰਦਾਂ ਪਾਵਾਂਗੇ ਜੀਭ ਦੇ ਉੱਤੇ, ਤਾਂ ਉਹ ਜੀਭ ਦੇ ਉੱਤੇ ਉਹ ਮਿੱਠੇ ਦੀਆਂ 2 ਬੂੰਦਾਂ ਨਾਲ ਪਤਾ ਲੱਗ ਜਾਏਗਾ ਵੀ ਕਿੱਥੇ ਆਪਾਂ ਨੂੰ ਮਿੱਠਾ ਮਹਿਸੂਸ ਹੋ ਰਿਹਾ। ਅਦਰਵਾਈਜ਼ ਟੌਫੀ ਮੂੰਹ ਦੇ ਵਿੱਚ ਛੂਹ ਕੇ ਉਹਦੇ ਨਾਲ ਵੀ ਆਪਾਂ ਅਲੱਗ-ਅਲੱਗ ਖੇਤਰਾਂ 'ਤੇ ਟੌਫੀ ਨੂੰ ਰੱਖ ਕੇ ਉਹਦਾ ਸਵਾਦ ਪਤਾ ਕਰ ਸਕਦੇ ਹਾਂ। ਜੇ ਉਹ ਟੌਫੀ ਮਿੱਠੇ ਵਾਲੇ ਖੇਤਰ 'ਤੇ ਰੱਖੀ ਜਾਊਗੀ ਤਾਂ ਪਤਾ ਲੱਗੇਗਾ ਵੀ ਹਾਂ ਵੀ ਇਸ ਵਸਤੂ ਦਾ ਸਵਾਦ ਮਿੱਠਾ ਹੈ। ਇਸੇ ਤਰ੍ਹਾਂ ਹੀ ਨਮਕੀਨ, ਖੱਟਾ ਅਤੇ ਕੌੜਾ ਜਿਹੜਾ ਹੈਗਾ ਉਹ ਵੀ ਆਪਾਂ ਜੀਭ 'ਤੇ ਰੱਖ ਕੇ ਉਹਨਾਂ ਦੇ ਖੇਤਰਾਂ ਦੇ ਉੱਤੇ ਆਪਾਂ ਸੰਵੇਦਨਾ ਜਿਹੜੀ ਹੈਗੀ ਆ ਉਹ ਪਤਾ ਕਰ ਸਕਦੇ ਹਾਂ, ਅਨੁਭਵ ਪਤਾ ਕਰ ਸਕਦੇ ਹਾਂ ਕਿ ਕਿਹੜਾ ਜਿਹੜਾ ਭੋਜਨ ਪਦਾਰਥ ਖੱਟਾ ਸੀ, ਕਿਹੜਾ ਕੌੜਾ ਸੀ, ਕਿਹੜਾ ਮਿੱਠਾ ਸੀ ਅਤੇ ਕਿਹੜਾ ਨਮਕੀਨ ਸੀ। ਇਹ ਕਿਰਿਆ ਆਪਾਂ ਕਰਕੇ ਦੇਖ ਸਕਦੇ ਹੈਗੇ। ਇਸੇ ਤਰ੍ਹਾਂ ਆਪਾਂ ਹੁਣ ਮੂੰਹ ਖੋੜ ਤੋਂ ਥੱਲੇ ਦੂਸਰਾ ਖੇਤਰ ਜਿਹੜਾ ਆਪਣਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਭੋਜਨ ਨਲੀ ਜਾਂ ਅੰਨ ਨਲੀ, ਇਹਦੇ ਬਾਰੇ ਪੜ੍ਹਾਂਗੇ। ਦੇਖੋ ਆਪਣੇ ਜਿਹੜੀ ਅੰਨ ਨਲੀ ਹੁੰਦੀ ਹੈ, ਇੱਥੇ ਕੀ ਹੁੰਦਾ ਹੈ, ਜਿਹੜਾ ਲਾਰ ਨਾਲ ਭਿੱਜਿਆ ਹੋਇਆ ਭੋਜਨ ਅੰਨ ਨਲੀ ਵਿੱਚ ਸ਼ੁਰੂਆਤ ਵਿੱਚ ਜਾਂਦਾ ਹੈ ਤਾਂ ਉਹ ਹੌਲੀ ਹੌਲੀ ਜਿਹੜਾ ਹੈਗਾ ਮੈਦੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਪਰ ਇੱਥੇ ਹੌਲੀ ਹੌਲੀ ਕਰਕੇ ਉਸ ਭੋਜਨ ਦੀ ਜਿਹੜੀ ਮੂਵਮੈਂਟ ਹੁੰਦੀ ਹੈ, ਹਿੱਲ ਜੁਲ ਹੁੰਦੀ ਹੈ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਗੰਡੋਇਆ ਜਿਵੇਂ ਜ਼ਮੀਨ 'ਤੇ ਤੁਰਦਾ ਹੈ, ਪਹਿਲਾਂ ਥੋੜ੍ਹਾ ਜਿਹਾ ਆਪਣਾ ਸਰੀਰ ਅੱਗੇ ਕਰਦਾ, ਫਿਰ ਉਹਦਾ ਪਿਛਲਾ ਹਿੱਸਾ ਅੱਗੇ ਜਾਂਦਾ ਹੈ। ਅਤੇ ਉਸੇ ਤਰ੍ਹਾਂ ਹੀ ਭੋਜਨ ਨਲੀ ਜਿਹੜੀ ਹੈਗੀ ਹੈ, ਇਸ ਵਿੱਚ ਵੀ ਭੋਜਨ ਹੌਲੀ ਹੌਲੀ ਕਰਕੇ ਹਿੱਲ ਜੁਲ ਕਰਕੇ ਥੱਲੇ ਸਰਕਦਾ ਹੈ, ਇੱਕਦਮ ਨਹੀਂ ਜਾਂਦਾ ਇਹ। ਉਹ ਹੌਲੀ ਹੌਲੀ ਜਾਣ ਦਾ ਕਾਰਨ ਇਹ ਵੀ ਹੈਗਾ ਕਿ ਮੈਦਾ ਜਿਹੜਾ ਹੈਗਾ
ਉਹ ਕੁਝ ਭੋਜਨ ਪਦਾਰਥਾਂ ਨੂੰ ਸਵੀਕਾਰ ਕਰਦਾ ਅਤੇ ਕੁਝ ਨੂੰ ਨਹੀਂ ਸਵੀਕਾਰ ਕਰਦਾ। ਜੇ ਉਹ ਮੈਦਾ ਭੋਜਨ ਪਦਾਰਥ ਨੂੰ ਨਹੀਂ ਸਵੀਕਾਰ ਕਰਦਾ ਤਾਂ ਆਪਾਂ ਨੂੰ ਉਲਟੀ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਬੱਚੇ ਨੂੰ ਜਿਹੜਾ ਛੋਟੇ ਹੁੰਦੇ ਨੂੰ ਦੁੱਧ ਦੀ ਉਲਟੀ ਜਿਹੜੀ ਆਉਂਦੀ ਹੈਗੀ ਆ, ਉਹ ਮੈਦੇ 'ਚੋਂ ਇਸੇ ਕਰਕੇ ਆਉਂਦੀ ਹੈ ਕਿ ਮੈਦਾ ਹਾਲੀ ਉਸ ਨੂੰ ਸਵੀਕਾਰ ਕਰਨ ਦੇ ਯੋਗ ਨਹੀਂ ਹੈਗਾ, ਇਸ ਕਰਕੇ ਉਲਟੀ ਆ ਜਾਂਦੀ ਹੈਗੀ ਹੈ। ਤਾਂ ਇਹ ਮੈਦੇ ਦਾ ਕੰਮ ਹੈਗਾ। ਤਾਂ ਭੋਜਨ ਨਲੀ ਬਾਰੇ ਆਪਾਂ ਦੇਖਿਆ। ਹੁਣ ਮੈਂ ਤੁਹਾਨੂੰ ਮੈਦੇ ਬਾਰੇ ਡਿਟੇਲ ਵਿੱਚ ਦੱਸਾਂਗਾ। ਮੈਦਾ ਜਿਹੜਾ ਹੁੰਦਾ, ਇਸ ਤਰ੍ਹਾਂ ਦੀ ਇਹਦੀ ਬਣਤਰ ਹੁੰਦੀ, ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ। ਇੱਕ ਜੇ ਸ਼ਕਲ ਦਾ ਤੁਹਾਨੂੰ ਦਿਸ ਰਿਹਾ, ਇਹ ਸਭ ਤੋਂ ਚੌੜਾ ਭਾਗ ਹੈਗਾ ਇਹ, ਅਤੇ ਇਹ ਛੋਟੀ ਅੰਦਰ ਦੇ ਵਿੱਚ ਖੁੱਲ੍ਹਦਾ ਮੈਦਾ ਜਿਹੜਾ ਹੈਗਾ। ਇਹਦੀ ਜਿਹੜੀ ਅੰਦਰਲੀ ਸਤ੍ਹਾ ਹੁੰਦੀ ਆ, ਭਾਵ ਜਿਹੜੀ ਤੁਸੀਂ ਆਹ ਅੰਦਰਲੀ ਸਤ੍ਹਾ ਦੇਖ ਰਹੇ ਹੋ, ਇੱਥੇ ਕੀ ਹੁੰਦਾ, ਮਿਊਕਸ ਹੁੰਦਾ। ਕੀ ਹੁੰਦਾ, ਮਿਊਕਸ। ਫਿਰ ਇਹਦੇ ਵਿੱਚ ਹਾਈਡਰੋਕਲੋਰਿਕ ਤੇਜ਼ਾਬ ਵੀ ਜਮ੍ਹਾਂ ਰਹਿੰਦਾ, ਅਤੇ ਮੈਦੇ ਦੇ ਵਿੱਚ ਕੁਛ ਪਾਚਕ ਰਸ ਵੀ ਹੁੰਦੇ ਹਨ ਜਿਹੜੇ ਭੋਜਨ ਦਾ ਅਧੂਰਾ ਪਾਚਨ ਵੀ ਕਰਦੇ ਹੈਗੇ ਆ। ਹੁਣ ਇਸ ਵਿੱਚ ਜਿਹੜੇ ਅਲੱਗ-ਅਲੱਗ ਹਿੱਸੇ ਤੁਹਾਨੂੰ ਮੈਂ ਦੱਸੇ ਆ, ਚਾਹੇ ਉਹ ਮਿਊਕਸ ਹੈ, ਚਾਹੇ ਉਹ ਇਸ ਵਿੱਚ ਹਾਈਡਰੋਕਲੋਰਿਕ ਤੇਜ਼ਾਬ ਹੈ, ਅਤੇ ਚਾਹੇ ਉਹ ਪਾਚਕ ਰਸ ਹੈਗਾ। ਆਮ ਤੌਰ 'ਤੇ ਜਿਹੜਾ ਮਿਊਕਸ ਦਾ ਕੰਮ ਹੈ, ਉਹਦਾ ਕੀ ਹੈਗਾ ਕਿ ਮਿਊਕਸ ਇੱਕ ਤਰ੍ਹਾਂ ਦਾ ਤਿਲਕਵਾਂ ਜਿਹਾ ਸਥਾਨ ਹੈਗਾ। ਮਤਲਬ ਇਹ ਉਸ ਸਤ੍ਹਾ ਨੂੰ ਅੰਦਰੋਂ ਖਰਾਬ ਨਹੀਂ ਹੋਣ ਦਿੰਦਾ, ਸੁਰੱਖਿਆ ਪ੍ਰਦਾਨ ਕਰਦਾ ਹੈਗਾ ਮੈਦੇ ਦੀ ਅੰਦਰਲੀ ਸਤ੍ਹਾ ਨੂੰ। ਤੇਜ਼ਾਬ ਜਿਹੜਾ ਹਾਈਡਰੋਕਲੋਰਿਕ ਹੈ, ਉਹਨੇ ਬਹੁਤ ਸਾਰੇ ਜੀਵਾਣੂਆਂ ਨੂੰ ਨਸ਼ਟ ਕਰ ਦੇਣਾ, ਕਿਉਂਕਿ ਆਪਾਂ ਨੂੰ ਨਹੀਂ ਇਹ ਪਤਾ ਵੀ ਜਿਹੜਾ ਭੋਜਨ ਆਪਾਂ ਖਾਂਦੇ ਹਾਂ ਉਸ ਦੇ ਵਿੱਚ ਕਈ ਤਰ੍ਹਾਂ ਦੇ ਜੀਵਾਣੂ ਅੰਦਰ ਦਾਖਲ ਹੋ ਜਾਂਦੇ ਆ। ਤਾਂ ਇਹ ਤੇਜ਼ਾਬ ਕੀ ਕਰਦਾ, ਉਸ ਭੋਜਨ ਪਦਾਰਥ ਨੂੰ ਜਿਹੜਾ ਹੈਗਾ ਉਸ ਵਿੱਚੋਂ ਜੀਵਾਣੂਆਂ ਨੂੰ ਨਸ਼ਟ ਕਰ ਦਿੰਦਾ ਹੈਗਾ, ਅਤੇ ਮਾਧਿਅਮ ਨੂੰ ਤੇਜ਼ਾਬੀ ਵੀ ਬਣਾਉਂਦਾ। ਹੁਣ ਜਿਹੜੇ ਇਸ ਵਿੱਚ ਪਾਚਕ ਰਸ ਹੈਗੇ ਆ, ਉਹ ਪ੍ਰੋਟੀਨ ਨੂੰ ਸਰਲ ਰੂਪ ਦੇ ਵਿੱਚ ਵਿਘਟਿਤ ਕਰ ਦਿੰਦੇ ਆ। ਤਾਂ ਤੁਸੀਂ ਦੇਖੋ ਵੀ ਇਸ ਮੈਦੇ ਦੇ ਆਪਣੇ ਕੀ ਕੀ ਕੰਮ ਹੈਗੇ ਆ। ਨੰਬਰ 1, ਮੈਦੇ ਦੇ ਵਿਚਲਾ ਮਿਊਕਸ ਅੰਦਰਲੀ ਪਰਤ ਨੂੰ ਸੁਰੱਖਿਆ ਦਿੰਦਾ ਹੈ। ਮੈਦੇ ਵਿਚਲਾ ਤੇਜ਼ਾਬ ਬਹੁਤ ਸਾਰੇ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ। ਮੈਦੇ ਦਾ ਜਿਹੜਾ ਪਾਚਕ ਰਸ ਹੈਗਾ, ਉਹ ਪ੍ਰੋਟੀਨ ਨੂੰ ਸਰਲ ਰੂਪ ਵਿੱਚ ਬਦਲਦਾ ਹੈ। ਤਾਂ ਹੁਣ ਮੈਦੇ ਤੋਂ ਅੱਗੇ ਆ ਗਈ ਆਪਣੀ ਜਿਹੜੀ ਛੋਟੀ ਆਂਦਰ। ਆਪਾਂ ਛੋਟੀ ਆਂਦਰ ਬਾਰੇ ਦੇਖਾਂਗੇ, ਜਿਹੜੀ ਤੁਹਾਨੂੰ ਮੈਂ ਪਹਿਲਾਂ ਦਿਖਾਈ ਸੀਗੀ, ਤੁਸੀਂ ਇਸ ਚਿੱਤਰ ਦੇ ਵਿੱਚ ਦੇਖੀ ਸੀ। ਆ ਛੋਟੀ ਆਂਦਰ, ਆ ਵਿਚਲਾ ਖੇਤਰ ਜਿਹੜਾ ਹੈਗਾ, ਇਹਨੂੰ ਛੋਟੀ ਆਂਦਰ ਕਹਿੰਦੇ ਆ। ਇਹ ਛੋਟੀ ਆਂਦਰ ਬਾਰੇ ਆਪਾਂ ਡਿਟੇਲ ਵਿੱਚ ਜਾਣਾਂਗੇ। ਇਹ ਜਿਹੜੀ ਛੋਟੀ ਆਂਦਰ ਹੈ, ਇਹ ਲਗਭਗ 7.5 ਸੈਂਟੀਮੀਟਰ ਲੰਮੀ ਹੁੰਦੀ ਹੈ ਅਤੇ ਕੁੰਡਲਿਤ ਹੁੰਦੀ ਹੈ। ਅਤੇ ਇਹਦਾ ਕੰਮ ਕੀ ਹੈਗਾ ਛੋਟੀ ਆਂਦਰ ਦਾ, ਇਹਨੇ ਜਿਗਰ, ਆ ਜਿਗਰ ਹੈ, ਇਸੇ ਤਰ੍ਹਾਂ ਆ ਲੁੱਬ ਹੈ, ਇਹਨਾਂ ਦੋਨਾਂ ਤੋਂ ਛੋਟੀ ਆਂਦਰ ਨੇ ਰਸ ਲੈਣਾ ਹੈ। ਕਿਉਂਕਿ ਜਿਹੜਾ ਜਿਗਰ ਹੁੰਦਾ ਹੈ, ਉਸ ਦੇ ਵਿੱਚ ਚਰਬੀ ਨੂੰ ਪਚਾਉਣ ਦੇ ਲਈ ਐਂਜ਼ਾਈਮ ਹੁੰਦੇ ਆ, ਅਤੇ ਕੁਛ ਇਹਦੀ ਆਪਣੀ ਅੰਦਰਲੀ ਭਿੱਤੀ ਜਿਹੜੀ ਹੈਗੀ ਆ ਛੋਟੀ ਆਂਦਰ ਦੀ, ਉਹਦੇ ਵਿੱਚੋਂ ਵੀ ਇਹਨੇ ਜਿਹੜੇ ਹੈਗੇ ਆ ਆਂਦਰਾਂ ਦੇ ਰਸ ਪ੍ਰਾਪਤ ਕਰਨੇ ਹੈਗੇ ਆ। ਜਿਗਰ ਬਾਰੇ ਤੁਸੀਂ ਦੇਖ ਚੁੱਕੇ ਹੋ ਵੀ ਗੂੜ੍ਹੇ ਭੂਰੇ ਰੰਗ ਦੀ ਗ੍ਰੰਥੀ ਹੁੰਦੀ ਹੈ, ਅਤੇ ਇਸ ਦੇ ਉੱਪਰ ਇਹ ਸਭ ਤੋਂ ਵੱਡੀ ਗ੍ਰੰਥੀ ਆਪਣੇ ਸਰੀਰ ਦੀ, ਜਿਹੜਾ ਜਿਗਰ ਹੈ, ਸਭ ਤੋਂ ਵੱਡੀ ਗ੍ਰੰਥੀ ਹੈ, ਅਤੇ ਇਸ ਦੇ ਉੱਤੇ ਇੱਕ ਪਿੱਤਾ ਵੀ ਲੱਗਿਆ ਹੁੰਦਾ ਹੈ। ਆਮ ਤੌਰ 'ਤੇ ਜਿਗਰ ਦੇ ਵਿੱਚੋਂ ਪਿੱਤ ਰਸ ਪੈਦਾ ਹੁੰਦਾ ਹੈ। ਤਾਂ ਉਹ ਪਿੱਤ ਰਸ ਜਿਹੜਾ ਹੈਗਾ ਜਮ੍ਹਾਂ ਕਿੱਥੇ ਹੁੰਦਾ ਹੈ, ਉਹ ਜਮ੍ਹਾਂ ਹੁੰਦਾ ਹੈਗਾ ਪਿੱਤੇ ਵਿੱਚ। ਆ ਤੁਸੀਂ ਆ ਪੂਰੇ ਦਾ ਪੂਰਾ ਜਿਗਰ ਹੈ, ਅਤੇ ਉਸ ਜਿਗਰ ਦੇ ਵਿੱਚ ਆਹ ਜਿਹੜੀ ਤੁਹਾਨੂੰ ਬਣਤਰ ਦਿਖ ਰਹੀ ਹੈ, ਇਹਨੂੰ ਪਿੱਤਾ ਕਹਿੰਦੇ, ਜਾਂ ਇਹਨੂੰ ਗਾਲ ਬਲੈਡਰ ਕਹਿੰਦੇ। ਆਹ ਦਿਖਾਇਆ ਹੋਇਆ ਇਹਨਾਂ ਨੇ ਗਾਲ ਬਲੈਡਰ। ਆਹ ਪੂਰੇ ਦਾ ਪੂਰਾ ਜਿਗਰ ਹੈ, ਥੱਲੇ ਇੱਥੋਂ ਤੱਕ ਦੇਖੋ ਧਿਆਨ ਨਾਲ, ਆਹ ਵਾਲਾ ਜਿਗਰ ਹੈ, ਇੰਨੀ ਬਣਤਰ ਜਿਗਰ ਦੀ ਹੈ। ਉਹਦੇ ਵਿੱਚ ਆਹ ਵਾਲਾ ਹਿੱਸਾ ਜਿਹੜਾ ਇਹ ਪਿੱਤਾ ਹੈਗਾ। ਇਹ ਪਿੱਤਾ ਜਿਹੜਾ ਹੈਗਾ, ਇਸ ਨੂੰ ਗਾਲ ਬਲੈਡਰ ਵੀ ਕਹਿੰਦੇ ਆ। ਇਹਦੇ ਵਿੱਚ ਪਿੱਤ ਰਸ ਸਟੋਰ ਹੋ ਜਾਂਦਾ, ਜਿਹੜਾ ਜਿਗਰ ਦੇ ਵਿੱਚ ਬਣਦਾ ਹੈ। ਹੁਣ ਕਈ ਵਾਰੀ ਇਹ ਪਿੱਤੇ ਦਾ ਆਪਰੇਸ਼ਨ ਕਰਨਾ ਪੈਂਦਾ, ਅਤੇ ਪਿੱਤਾ ਸਰੀਰ 'ਚੋਂ ਬਾਹਰ ਕੱਢਣਾ ਪੈਂਦਾ। ਜੇ ਉਸ ਪਿੱਤੇ ਦੇ ਵਿੱਚ ਕਈ ਵਾਰੀ ਸਟੋਨ ਆ ਜਾਂਦੇ, ਉਸ ਵਿੱਚ ਪੱਥਰ ਬਣ ਜਾਂਦੇ ਛੋਟੇ ਛੋਟੇ ਬਰੀਕ ਕੈਲਸ਼ੀਅਮ ਕਾਰਬੋਨੇਟ ਦੇ, ਤਾਂ ਉਹਦੇ ਕਰਕੇ ਪਿੱਤਾ ਕੰਮ ਕਰਨਾ ਬੰਦ ਕਰ ਦਿੰਦਾ ਹੈ। ਆਮ ਤੌਰ 'ਤੇ ਜਿਗਰ ਦੇ ਵਿੱਚੋਂ ਜੋ ਵੀ ਪਿੱਤਾ ਬਣਦਾ ਹੈ, ਉਹ ਪਿੱਤ ਰਸ ਬਣਦਾ ਹੈ, ਉਹ ਹੌਲੀ ਹੌਲੀ ਭੋਜਨ ਨੂੰ ਪਾਚਨ ਦੇ ਲਈ ਰਸ ਆਉਂਦਾ ਰਹਿੰਦਾ ਹੈ।
ਪਰ ਜਦੋਂ ਆਪਾਂ ਕੋਈ ਇਹੋ ਜਿਹਾ ਚਰਬੀ ਵਾਲਾ ਭੋਜਨ ਖਾ ਲੈਂਦੇ ਆ ਜਿਹਨੂੰ ਇੱਕਦਮ ਪਚਾਉਣ ਦੇ ਲਈ ਰਸ ਜਿਗਰ ਨਹੀਂ ਦੇ ਸਕਦਾ, ਤਾਂ ਉਸ ਭੋਜਨ ਪਦਾਰਥ ਨੂੰ ਆਪਣਾ ਜਿਹੜਾ ਪਿੱਤਾ ਹੈਗਾ ਉਹ ਪਿੱਤ ਰਸ ਦਿੰਦਾ ਹੈ। ਜਿਵੇਂ ਆਮ ਤੌਰ 'ਤੇ ਆਪਾਂ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ ਹਾਂ, ਜਿਵੇਂ ਬਰਗਰ ਹੋ ਗਿਆ, ਪੀਜ਼ਾ ਹੋ ਗਿਆ, ਜਾਂ ਹੌਟ ਡੋਗ, ਟਿੱਕੀਆਂ ਹੋ ਗਈਆਂ, ਇਸ ਤਰ੍ਹਾਂ ਦੇ ਭੋਜਨ ਪਦਾਰਥ ਜਿਹੜੇ ਜਿਨ੍ਹਾਂ 'ਚ ਚਰਬੀ ਬਹੁਤ ਜ਼ਿਆਦਾ ਮਾਤਰਾ 'ਚ ਪਾਈ ਹੁੰਦੀ, ਜਾਂ ਮੀਟ ਵੀ ਕਈ ਵਾਰੀ ਖਾਂਦੇ ਆ ਲੋਕ, ਤਾਂ ਉਹਨਾਂ ਸਾਰਿਆਂ ਨੂੰ ਪਚਾਉਣ ਦੇ ਲਈ ਜਿਹੜਾ ਪਿੱਤਾ ਹੈਗਾ ਉਹ ਪਿੱਤ ਰਸ ਦਿੰਦਾ ਹੈ। ਤੋ ਐਮਰਜੈਂਸੀ ਦੇ ਵਿੱਚ ਉਸ ਭੋਜਨ ਨੂੰ ਪਚਾਉਣ ਲਈ ਪਿੱਤੇ ਰਸ ਦਾ ਜਿਹੜਾ ਪਿੱਤਾ ਹੈਗਾ ਉਸ ਦਾ ਕੰਮ ਹੈਗਾ, ਉਸ ਵਿਚਲੇ ਪਿੱਤ ਰਸ ਦਾ ਕੰਮ ਹੈਗਾ। ਤੋ ਇਹ ਜਿਹੜਾ ਚਰਬੀ ਨੂੰ ਪਚਾਉਣ ਦੇ ਵਿੱਚ ਜਿਹੜਾ ਜਿਗਰ ਹੈ ਉਹ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਦੂਸਰੀ ਗ੍ਰੰਥੀ ਜਿਹੜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸੀ ਉਹ ਸੀਗੀ ਲੁੱਬਾ, ਜਿਹੜੀ ਕਿ ਤੁਸੀਂ ਆਹ ਚਿੱਤਰ ਵਿੱਚ ਦੇਖ ਰਹੇ ਹੋ, ਇਹ ਲੁੱਬਾ ਹੈ। ਹੁਣ ਇਹਦੇ ਆਪਾਂ ਕੰਮ ਦੇਖਾਂਗੇ। ਲੁੱਬਾ ਬਿਲਕੁਲ ਹਲਕੇ ਪੀਲੇ ਜਿਹੇ ਰੰਗ ਦੀ ਇੱਕ ਗ੍ਰੰਥੀ ਹੁੰਦੀ ਹੈ। ਸਭ ਤੋਂ ਵੱਡੀ ਗ੍ਰੰਥੀ ਤਾਂ ਆਪਣੇ ਸਰੀਰ ਦੀ ਜਿਗਰ ਹੀ ਹੈ। ਤੋ ਲੁੱਬਾ ਦੇ ਵਿੱਚ ਕਾਰਬੋਹਾਈਡਰੇਟ ਤੇ ਪ੍ਰੋਟੀਨ ਨੂੰ ਪਹੁੰਚਾਉਣ ਦਾ ਪ੍ਰਬੰਧ ਹੁੰਦਾ ਹੈ। ਤੋ ਇਹ ਕਾਰਬੋਹਾਈਡਰੇਟ ਤੇ ਪ੍ਰੋਟੀਨ ਨੂੰ ਅੰਸ਼ਿਕ ਰੂਪ ਵਿੱਚ ਪਹੁੰਚਾ ਕੇ ਛੋਟੀ ਆਂਦਰ ਤੱਕ ਪਹੁੰਚਾਉਂਦਾ ਹੈ, ਤਾਂ ਕਿ ਛੋਟੀ ਆਂਦਰ ਨੂੰ ਉਸ ਭੋਜਨ ਨੂੰ ਪਹੁੰਚਾਉਣਾ ਹੋਰ ਸੌਖਾ ਹੋ ਜਾਏ। ਤੇ ਉਹ ਛੋਟੀ ਆਂਦਰ ਦੇ ਵਿੱਚ ਸਾਰਾ ਪਹੁੰਚਾਉਣ ਦਾ ਕੰਮ ਕੌਣ ਕਰਦੇ ਹੈਗੇ ਆ? ਆਂਦਰ ਰਸ, ਜਿਹੜਾ ਛੋਟੀ ਆਂਦਰ ਦੇ ਅੰਦਰ ਰਸ ਪੈਦਾ ਹੁੰਦਾ ਉਹ। ਹੁਣ ਇਸ ਵਿੱਚ ਕੀ ਹੁੰਦਾ ਕਿ ਕਾਰਬੋਹਾਈਡਰੇਟ ਜਿਹੜੀ ਹੈਗੀ ਹੈ ਉਹਨੂੰ ਗਲੂਕੋਜ਼ ਵਿੱਚ ਪਰਿਵਰਤਿਤ ਕਰ ਦਿੱਤਾ ਜਾਂਦਾ ਹੈ, ਠੀਕ ਹੈ ਨਾ। ਤੇ ਚਰਬੀ ਜਿਹੜੀ ਹੈਗੀ ਆ ਉਹਨੂੰ ਚਰਬੀ ਐਸਿਡ ਤੇ ਗਲਿਸਰੋਲ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ, ਤੇ ਜਿਹੜਾ ਪ੍ਰੋਟੀਨ ਹੈ ਉਹਨੂੰ ਅਮੀਨੋ ਐਸਿਡ ਵਿੱਚ ਬਦਲ ਦਿੱਤਾ ਜਾਂਦਾ ਹੈ। ਤਾਂ ਜਦੋਂ ਕਾਰਬੋਹਾਈਡਰੇਟ ਗਲੂਕੋਜ਼ ਵਿੱਚ, ਚਰਬੀ ਐਸਿਡ ਵਿੱਚ ਤੇ ਪ੍ਰੋਟੀਨ ਅਮੀਨੋ ਐਸਿਡ ਵਿੱਚ ਬਦਲ ਗਿਆ, ਇਹਦਾ ਭਾਵ ਜਟਿਲ ਤੋਂ ਸਰਲ ਪਦਾਰਥ ਜਿਹੜੇ ਉਸਦੇ ਬਣ ਗਏ। ਤਾਂ ਜਟਿਲ ਤੋਂ ਸਰਲ ਪਦਾਰਥ ਬਣਨਾ ਬਹੁਤ ਜ਼ਰੂਰੀ ਹੈਗੇ ਆ। ਹੁਣ ਮੈਂ ਤੁਹਾਨੂੰ ਦੱਸੂਗਾ ਛੋਟੀ ਆਂਦਰ ਦੇ ਹੋਰ ਕੰਮ। ਦੇਖੋ, ਛੋਟੀ ਆਂਦਰ ਬਾਰੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਛੋਟੀ ਆਂਦਰ ਦੇ ਅੰਦਰ ਇੱਕ ਉਂਗਲਨੁਮਾ ਬਣਤਰਾਂ ਹੁੰਦੀਆਂ ਜਿਨ੍ਹਾਂ ਦਾ ਕੰਮ ਹੈਗਾ ਮੁੱਖ ਤੌਰ 'ਤੇ ਭੋਜਨ ਦਾ ਸੋਖਣ ਕਰਨਾ। ਜਿਹੜਾ ਭੋਜਨ ਛੋਟੀ ਆਂਦਰ ਦੇ ਵਿੱਚ ਪਚਨਸ਼ੀਲ ਹਾਲਾਤ ਵਿੱਚ ਬਦਲ ਗਿਆ, ਤਾਂ ਉੱਥੇ ਜਿਹੜੀਆਂ ਵਿਲਾਈ, ਜਿਨ੍ਹਾਂ ਨੂੰ ਰਸ ਅੰਕੁਰ ਵੀ ਕਹਿੰਦੇ ਹੈਗੇ ਆ, ਉਹ ਭੋਜਨ ਨੂੰ ਸੋਖਦੀਆਂ। ਆਮ ਤੌਰ 'ਤੇ ਵਿਲਾਈ ਜਿਹੜੀਆਂ ਹੈਗੀਆਂ ਉਹਨਾਂ ਦਾ ਕੰਮ ਹੈਗਾ ਕਿ ਛੋਟੀ ਆਂਦਰ ਦੇ ਅੰਦਰ ਦੀ ਸਤ੍ਹਾ ਨੂੰ ਵਧਾਉਣਾ, ਤਾਂ ਕਿ ਵੱਧ ਤੋਂ ਵੱਧ ਜਿਹੜਾ ਭੋਜਨ ਆ ਉਹ ਸੋਖਿਆ ਜਾ ਸਕੇ। ਤਾਂ ਉਹਨਾਂ ਵਿਲਾਈਜ਼ ਰਾਹੀਂ, ਰਸ ਅੰਕੁਰ ਰਾਹੀਂ ਭੋਜਨ ਸੋਖਿਆ ਜਾਊਗਾ। ਸੋਖਣ ਤੋਂ ਬਾਅਦ ਉਹ ਭੋਜਨ ਜਿਹੜਾ ਹੈਗਾ ਉਹ ਥੱਲੇ ਲਹੂ ਵਹਿਣੀਆਂ ਵਿੱਚ ਚਲਾ ਜਾਊਗਾ। ਲਹੂ ਵਹਿਣੀਆਂ ਵਿੱਚੋਂ ਹੁੰਦਾ ਹੋਇਆ ਉਹ ਲਹੂ ਰਾਹੀਂ ਸਰੀਰ ਦੇ ਇਕੱਲੇ ਸੈੱਲ ਤੱਕ ਪਹੁੰਚ ਜਾਏਗਾ। ਤਾਂ ਉੱਥੋਂ ਸਰੀਰ ਦੇ ਇਕੱਲੇ ਸੈੱਲ ਨੂੰ ਕੀ ਮਿਲੂਗਾ? ਸਵੈ ਅੰਗੀਕਰਨ ਹੋ ਜਾਊਗਾ, ਉਹਦਾ ਨਵਾਂ ਪ੍ਰੋਟੋਪਲਾਜ਼ਮ ਬਣ ਜਾਊਗਾ। ਭਾਵ ਬਿਲਕੁਲ ਜਿਵੇਂ ਕੰਪਿਊਟਰ ਦੀ ਸਕਰੀਨ ਆਪਾਂ ਰੀਫਰੈਸ਼ ਕਰਦੇ ਹੈਗੇ ਆ, ਉਸੇ ਤਰ੍ਹਾਂ ਉਹ ਸੈੱਲ ਨਵਾਂ ਬਣ ਜਾਏਗਾ। ਉਹਨੂੰ ਜਦੋਂ ਨਵਾਂ ਸੈੱਲ ਪਦਾਰਥ ਮਿਲ ਗਿਆ, ਉਹ ਨਵਾਂ ਸੈੱਲ ਪਦਾਰਥ ਇਹ ਪਚੇ ਹੋਏ ਭੋਜਨ ਤੋਂ ਹੀ ਮਿਲੂਗਾ ਉਹਨੂੰ। ਤੇ ਹੁਣ ਜਿਹੜਾ ਭੋਜਨ ਦਾ ਉਹ ਹਿੱਸਾ ਜਿਹੜਾ ਨਹੀਂ ਪਚਿਆ ਸੀਗਾ, ਉਹ ਅਣਪਚਿਆ ਹਿੱਸਾ ਜਿਹੜਾ ਹੈਗਾ, ਹੁਣ ਕਿੱਥੇ ਪਹੁੰਚ ਜਾਣਾ ਹੈਗਾ? ਉਹ ਪਹੁੰਚ ਜਾਣਾ ਵੱਡੀ ਆਂਦਰ ਦੇ ਵਿੱਚ। ਆਹ ਵੱਡੀ ਆਂਦਰ, ਇਹ ਛੋਟੀ ਆਂਦਰ ਤੋਂ ਕਨੈਕਟਡ ਹੁੰਦੀ ਹੈ। ਦੇਖੋ, ਇੱਥੋਂ ਅਣਪਚਿਆ ਸਾਰਾ ਇਹਦੇ ਵਿੱਚ ਪਹੁੰਚ ਜਾਣਾ। ਤਾਂ ਇਹ ਜਿਹਨੂੰ ਆਪਾਂ ਸਟੂਲ ਕਹਿੰਦੇ ਹਾਂ, ਉਹ ਵੱਡੀ ਆਂਦਰ 'ਚ ਪਹੁੰਚ ਜਾਂਦਾ ਹੈ। ਹੁਣ ਵੱਡੀ ਆਂਦਰ ਜਿਹੜੀ ਹੈ ਬਹੁਤ ਚੌੜੀ ਹੁੰਦੀ ਹੈ ਪਰ ਛੋਟੀ ਹੁੰਦੀ ਹੈ, ਲਗਭਗ 1.5 ਮੀਟਰ ਲੰਮੀ ਹੁੰਦੀ ਹੈ। ਹੁਣ ਇਹਦਾ ਮੁੱਖ ਕੰਮ ਕੀ ਆ? ਆਪਾਂ ਨੂੰ ਆਮ ਤੌਰ 'ਤੇ ਪੁੱਛ ਲੈਂਦੇ ਆ ਕਿ ਆਪਣੇ ਸਰੀਰ ਦੇ ਬਹੁਤ ਸਾਰੇ ਪਾਣੀ ਅਤੇ ਲੂਣ ਦਾ ਸੋਖਣ ਕੌਣ ਕਰਦਾ ਹੈਗਾ? ਉਹ ਵੱਡੀ ਆਂਦਰ ਕਰਦੀ ਹੈ। ਅਣਪਚਿਆ ਭੋਜਨ ਇੱਥੋਂ ਸੋਖਣ ਤੋਂ ਬਾਅਦ, ਭਾਵ ਉਸ ਦਾ ਪਾਣੀ ਜਿਹੜਾ ਹੈਗਾ ਉਹ ਸੋਖ ਲਿਆ ਜਾਂਦਾ, ਅਤੇ ਠੋਸ ਜਿਹੜਾ ਰਹਿ ਜਾਂਦਾ ਹੈਗਾ, ਉਹ ਠੋਸ ਭੋਜਨ ਪਦਾਰਥ ਜਿਹੜਾ ਹੈਗਾ ਉਹ ਇਹ ਰੈਕਟਮ ਖੇਤਰ 'ਚ ਪਹੁੰਚ ਜਾਂਦਾ। ਇਹਨੂੰ ਰੈਕਟਮ ਕਹਿੰਦੇ ਆਪਾਂ। ਅਤੇ ਜਦੋਂ ਪੂਰੇ ਇਹ ਪ੍ਰੈਸ਼ਰ ਦੇ ਨਾਲ ਫਿਰ ਮਲ ਦੁਆਰ ਰਾਹੀਂ ਆਪਣੇ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਸਰੀਰ ਵਿੱਚ ਇਸ ਭੋਜਨ ਦਾ ਪਾਚਨ ਹੁੰਦਾ ਹੈਗਾ, ਅਤੇ ਅਣਪਚਿਆ ਭੋਜਨ ਜਿਹੜਾ ਆਪਣੇ ਸਰੀਰ 'ਚੋਂ ਬਾਹਰ ਨਿਕਲ ਜਾਂਦਾ। ਹੁਣ ਕਈ ਵਾਰੀ ਆਪਾਂ ਨੂੰ ਦਸਤ ਦੀ ਪ੍ਰੋਬਲਮ ਆ ਜਾਂਦੀ ਹੈ। ਆਮ ਤੌਰ 'ਤੇ ਬੱਚਿਆਂ ਵਿੱਚ ਇਹ ਸਮੱਸਿਆ ਰਹਿੰਦੀ ਹੈਗੀ ਹੈ। ਉਹਦਾ ਮੁੱਖ ਕਾਰਨ ਕੀ ਹੈ ਕਿ ਪਾਣੀ ਅਤੇ ਲੂਣ ਦੀ ਜਿਹੜੀ ਬਹੁਤ ਜ਼ਿਆਦਾ ਹਾਨੀ ਹੋ ਜਾਂਦੀ ਹੈ ਇਸ ਦੌਰਾਨ। ਤੋਂ ਜਦੋਂ ਪਾਣੀ ਅਤੇ ਲੂਣ ਬਹੁਤ ਜ਼ਿਆਦਾ ਆਪਣੇ ਸਰੀਰ ਦੇ ਵਿੱਚੋਂ ਨਿਕਲ ਗਏ,
ਤਾਂ ਉਦੋਂ ਇਸ ਚੀਜ਼ ਨੂੰ ਜ਼ਿਆਦਾ ਟਾਲਣਾ ਨਹੀਂ ਚਾਹੀਦਾ ਹੈਗਾ। ਰੋਗੀ ਨੂੰ ORS ਪਾਊਡਰ ਦਾ ਘੋਲ ਜਿਹੜਾ ਪਿਆਉਣਾ ਚਾਹੀਦਾ, ਅਤੇ ਉਸ ਜੇ ORS ਘੋਲ ਨਹੀਂ ਪਿਆ ਸਕਦੇ ਤਾਂ ਉਸ ਦੇ ਵਿੱਚ ਪਾਣੀ ਦੇ ਵਿੱਚ ਖੰਡ ਅਤੇ ਨਮਕ ਦਾ ਘੋਲ, ਅਤੇ ਉਸ ਪਾਣੀ ਨੂੰ ਉਬਾਲਿਆ ਹੋਣਾ ਚਾਹੀਦਾ, ਉਹ ਘੋਲ ਪਿਆ ਦੇਣਾ ਚਾਹੀਦਾ ਹੈਗਾ। ਤਾਂ ਇਹ ਆਮ ਤੌਰ 'ਤੇ ਕਾਹਦੇ ਕਰਕੇ ਹੁੰਦਾ, ਜਦੋਂ ਆਪਣਾ ਭੋਜਨ ਪੂਰੀ ਤਰ੍ਹਾਂ ਨਹੀਂ ਪਚਿਆ ਉਦੋਂ ਇਹ ਦਸਤ ਦੀ ਪ੍ਰੋਬਲਮ ਆਉਂਦੀ ਹੈਗੀ ਆ। ਤੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਇਹ ਆਪਣੇ ਪਾਚਨ ਨਾਲ ਸੰਬੰਧਿਤ ਸਮੱਸਿਆ ਹੈਗੀ ਹੈ ਕਿ ਕਾਹਦੇ ਕਰਕੇ ਹੁੰਦਾ, ਅਤੇ ਇਸ ਸਮੱਸਿਆ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ, ਉਹ ਦੋਨੇ ਚੀਜ਼ਾਂ ਤੁਹਾਨੂੰ ਦੱਸ ਦਿੱਤੀਆਂ। ਤੋ ਇਹ ਸੀ ਮਨੁੱਖ ਵਿੱਚ ਪਾਚਨ ਪ੍ਰਣਾਲੀ। ਹੁਣ ਆਪਾਂ ਗੱਲ ਕਰਾਂਗੇ ਘਾਹ ਖਾਣ ਵਾਲੇ ਜੰਤੂਆਂ ਦੇ ਵਿੱਚ ਪਾਚਨ ਕਿਵੇਂ ਹੁੰਦਾ ਹੈ। ਜਿਵੇਂ ਆਹ ਗਾਂ ਜਾਂ ਮੱਝ ਹੈ, ਉਸ ਦੇ ਪਾਚਨ ਪ੍ਰਣਾਲੀ ਬਾਰੇ ਦੱਸਿਆ ਹੈਗਾ, ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਦੇਖੋ, ਇਹ ਸ਼ਾਕਾਹਾਰੀ ਜੀਵ ਹੈ ਅਤੇ ਇਹ ਘਾਹ ਨੂੰ ਸਿੱਧੇ ਤੌਰ 'ਤੇ ਹੀ ਨਿਗਲ ਲੈਂਦੇ ਆ। ਨਿਗਲ ਕੇ ਇਹ ਆਪਣੇ ਸਰੀਰ ਦੇ ਇੱਕ ਪਾਚਨ ਪ੍ਰਣਾਲੀ ਦੇ ਖੇਤਰ, ਜਿਹਨੂੰ ਰੂਮੇਨ ਕਹਿੰਦੇ ਆ, ਉਹਦੇ ਵਿੱਚ ਜਮ੍ਹਾਂ ਕਰਕੇ ਰੱਖ ਲੈਂਦੇ ਆ। ਇਹਨੂੰ ਪਹਿਲਾ ਮੈਦਾ ਵੀ ਕਹਿ ਦਿੰਦੇ ਇਹਦਾ, ਜਿੱਥੇ ਭੋਜਨ ਦਾ ਅੰਸ਼ਕ ਪਾਚਨ ਹੁੰਦਾ, ਅਤੇ ਜਿਹੜਾ ਉਹ ਅੱਧ ਪਚਿਆ ਜਾਂ ਭੋਜਨ ਹੁੰਦਾ ਉਹਨੂੰ ਕੱਢ ਕਹਿੰਦੇ ਆ। ਪਰ ਇਹ ਜੰਤੂ ਕੀ ਕਰਦੇ ਆ, ਉਸ ਅਣਪਚੇ ਭੋਜਨ ਨੂੰ ਦੁਬਾਰਾ ਫਿਰ ਮੂੰਹ ਦੇ ਵਿੱਚ ਲੈ ਆਉਂਦੇ ਆ ਅਤੇ ਉਹਨੂੰ ਚੱਬਦੇ ਰਹਿੰਦੇ ਆ। ਦੁਬਾਰਾ ਚੱਬਣ ਦੇ ਨਾਲ ਜਿਹੜੇ ਇਸ ਨੂੰ ਦੁਬਾਰਾ ਚਬਾਉਂਦੇ ਆ, ਇਸ ਵਿਧੀ ਨੂੰ ਜੁਗਾਲੀ ਕਰਨਾ ਕਹਿੰਦੇ ਆ ਵੈਸੇ ਇਹ। ਤਾਂ ਇਸ ਜੁਗਾਲੀ ਕਰਨ ਵਾਲੇ ਜੰਤੂਆਂ ਦੇ ਵਿੱਚ ਅਸਲ ਵਿੱਚ ਕੀ ਹੁੰਦਾ ਕਿ ਘਾਹ ਦੇ ਵਿੱਚ ਨਾ ਸੈਲੂਲੋਜ਼ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ, ਜਿਹੜਾ ਕਿ ਇੱਕ ਤਰ੍ਹਾਂ ਦਾ ਕਾਰਬੋਹਾਈਡਰੇਟ ਹੈ। ਹਾਲਾਂਕਿ ਸੈਲੂਲੋਜ਼ ਨੂੰ ਪਚਾਉਣ ਦੀ ਸ਼ਕਤੀ ਆਪਣੇ ਵਿੱਚ ਨਹੀਂ ਹੈਗੀ, ਮਨੁੱਖ ਵਿੱਚ ਅਤੇ ਹੋਰ ਜੰਤੂਆਂ ਵਿੱਚ ਨਹੀਂ ਹੈਗੀ। ਇਹ ਰੱਬ ਨੇ ਇਕੱਲੀ ਇਹਨੂੰ ਪ੍ਰਵਿਰਤੀ ਦਿੱਤੀ ਹੈ, ਇਹਨਾਂ ਰੂਮੀਨੈਂਟਸ ਨੂੰ, ਗਾਂ ਨੂੰ, ਮੱਝਾਂ ਨੂੰ। ਇਹ ਜੀਵ ਹੀ ਇਹ ਕਰ ਸਕਦੇ ਹੈਗੇ ਆ। ਤੋ ਇਹ ਦੁਬਾਰਾ ਉਹ ਜਿਹੜਾ ਰੂਮਨ ਵਿੱਚੋਂ ਅਣਪਚਿਆ ਭੋਜਨ ਆਪਣੇ ਜਿਹੜਾ ਹੈਗਾ ਮੂੰਹ ਵਿੱਚ ਲਿਆਉਂਦੇ ਆ, ਅਤੇ ਬਾਰ-ਬਾਰ ਉਸ ਦੀ ਜੀਭ ਵਿੱਚੋਂ ਉਸ ਸੈਲੂਲੋਜ਼ ਨੂੰ ਪਚਾਉਣ ਦੇ ਲਈ ਜਿਹੜੇ ਐਂਜ਼ਾਈਮ ਆ ਉਹ ਪੈਦਾ ਹੁੰਦੇ ਆ। ਅਤੇ ਜਦੋਂ ਉਹ ਜਿਹੜਾ ਉਹਨਾਂ ਨੇ ਮੂੰਹ ਵਿੱਚ ਵਾਪਸ ਰੂਮਨ ਤੋਂ ਲਿਆਂਦਾ ਸੀਗਾ, ਜਦੋਂ ਉਹਦੇ ਵਿੱਚ ਇੰਨਾ ਕੁ ਹੋ ਜਾਂਦਾ ਪਾਚਨ ਸਟਾਰਚ ਦਾ, ਫਿਰ ਉਹ ਆਪਣੇ ਅੰਦਰ ਛੋਟੀ ਆਂਦਰ ਦੇ ਵਿੱਚ ਉਹਨੂੰ ਲੈ ਜਾਂਦੇ ਆ। ਤਾਂ ਛੋਟੀ ਆਂਦਰ ਦੇ ਵਿੱਚ ਉਹ ਪਹੁੰਚ ਕੇ ਫਿਰ ਉਹਦਾ ਪੂਰੀ ਤਰ੍ਹਾਂ ਪਾਚਨ ਹੁੰਦਾ ਹੈ, ਸਰੀਰ ਦੇ ਵਿੱਚ ਉਸ ਦਾ ਸੋਖਣ ਹੁੰਦਾ ਹੈ, ਅਤੇ ਇਸ ਤਰੀਕੇ ਨਾਲ ਜਿਹੜਾ ਅਣਪਚਿਆ ਭੋਜਨ ਹੈ ਇਹਨਾਂ ਦੀ ਵੱਡੀ ਆਂਦਰ ਰਾਹੀਂ ਸਰੀਰ ਵਿੱਚੋਂ ਬਾਹਰ ਤਿਆਗ ਦਿੱਤਾ ਜਾਂਦਾ। ਤਾਂ ਇਹਨਾਂ ਨੂੰ ਰੂਮੀਨੈਂਟ ਕਹਿੰਦੇ ਹੈਗੇ ਆ, ਇਹਨਾਂ ਜਾਨਵਰਾਂ ਨੂੰ। ਤਾਂ ਇਹ ਤੁਸੀਂ ਘਾਹ ਖਾਣ ਵਾਲੇ ਜੰਤੂਆਂ ਵਿੱਚ ਪਾਚਨ ਬਾਰੇ ਸਮਝਿਆ। ਹੁਣ ਤੁਹਾਨੂੰ ਅਮੀਬਾ ਵਿੱਚ ਪਾਚਨ ਬਾਰੇ ਦੱਸੂਗਾ, ਜਿਹੜਾ ਕਿ ਆਪਣਾ ਲਾਸਟ ਟੌਪਿਕ ਵੀ ਹੈਗਾ। ਅਮੀਬਾ ਵਿੱਚ ਪਾਚਨ ਦੇ ਜਿਹੜੇ ਹੈਗੇ ਆ 5 ਪੜਾਅ ਹੈਗੇ ਆ। ਹਾਂ, ਇੱਕ ਅਮੀਬਾ ਦੀ ਬਣਤਰ ਹੈ। ਹੁਣ ਮੈਂ ਤੁਹਾਨੂੰ ਅਮੀਬਾ ਵਿੱਚ ਭੋਜਨ ਦੇ ਪਾਚਨ ਦੇ ਸੰਬੰਧ ਵਿੱਚ ਇਸ ਚਿੱਤਰ ਰਾਹੀਂ ਉਹਦੇ ਪੂਰੇ ਪੜਾਅ ਸਮਝਾਵਾਂਗਾ। ਦੇਖੋ, ਅਮੀਬਾ ਵਿੱਚ ਪਾਚਨ ਦੇ ਜਿਹੜੇ ਪੜਾਅ ਹੁੰਦੇ ਆ, ਸਭ ਤੋਂ ਪਹਿਲਾ ਪੜਾਅ ਹੈਗਾ ਅੰਤਰਗ੍ਰਹਿਣ, ਭੋਜਨ ਨੂੰ ਅੰਦਰ ਲੈ ਕੇ ਜਾਣਾ। ਕੀ ਹੁੰਦਾ ਹੈ ਕਿ ਅਮੀਬਾ ਦੇ ਆ ਜਿਹੜੇ ਆਭਾਸੀ ਪੈਰ ਹੈਗੇ ਆ, ਇਹ ਪਹਿਲਾਂ ਆਪਣੇ ਆਪ ਆਪਣੀ ਲੰਬਾਈ ਵਧਾ ਲੈਂਦੇ ਆ ਅਤੇ ਭੋਜਨ ਨੂੰ ਆਪਣੇ ਵਿੱਚ ਦਬਾ ਲੈਂਦੇ ਆ, ਅਤੇ ਉਹ ਭੋਜਨ ਆਪਣੇ ਸੈੱਲ ਪਦਾਰਥ ਵਿੱਚ ਪਹੁੰਚ ਜਾਂਦਾ। ਪਰ ਸੈੱਲ ਪਦਾਰਥ ਦੇ ਵਿੱਚ ਭੋਜਨ ਰਸਦਾਨੀ ਪਹਿਲਾਂ ਹੀ ਤਿਆਰ ਹੁੰਦੀ ਹੈ ਇਸ ਭੋਜਨ ਦੇ ਕਣ ਨੂੰ ਅੰਦਰ ਲਿਜਾਉਣ ਲਈ, ਜਿਸ ਕਰਕੇ ਉਹ ਭੋਜਨ ਰਸਦਾਨੀ ਦੇ ਵਿੱਚ ਉਹ ਭੋਜਨ ਪਹੁੰਚ ਜਾਂਦਾ। ਸਭ ਤੋਂ ਪਹਿਲਾਂ ਅੰਤਰਗ੍ਰਹਿਣ ਹੋਇਆ, ਉਸ ਤੋਂ ਬਾਅਦ ਭੋਜਨ ਰਸਦਾਨੀ ਦੇ ਵਿੱਚ ਹੁਣ ਬਹੁਤ ਸਾਰੇ ਐਂਜ਼ਾਈਮਾਂ ਦੇ ਨਾਲ ਉਸ ਭੋਜਨ ਦਾ ਪਾਚਨ ਹੋਵੇਗਾ। ਜਦੋਂ ਉਸ ਭੋਜਨ ਦਾ ਪਾਚਨ ਹੋ ਗਿਆ, ਫਿਰ ਉਹ ਪਚਿਆ ਹੋਇਆ ਭੋਜਨ ਅਮੀਬਾ ਦੇ ਸਾਰੇ ਸਰੀਰ ਦੇ ਵਿੱਚ ਫੈਲ ਜਾਏਗਾ, ਜਿਸ ਨਾਲ ਕਿ ਸਾਰੇ ਸਰੀਰ ਨੂੰ ਨਵੀਂ ਊਰਜਾ ਮਿਲੇ, ਉਸ ਦਾ ਨਵਾਂ ਵਾਧਾ ਹੋਵੇ ਅਤੇ ਬਿਮਾਰੀਆਂ ਤੋਂ ਰਹਿਤ ਹੋਊਗਾ। ਉਸ ਤੋਂ ਬਾਅਦ ਦੇ ਵਿੱਚ ਕੀ ਹੋਣਾ, ਜਦੋਂ ਇਸ ਭੋਜਨ ਰਸਦਾਨੀ ਦੇ ਵਿੱਚ ਹੁਣ ਉਹ ਭੋਜਨ ਦਾ ਪਦਾਰਥ ਰਹਿ ਗਿਆ ਜਿਹੜਾ ਹੁਣ ਸਰੀਰ ਦੇ ਲਈ ਉਪਯੋਗੀ ਨਹੀਂ ਹੈਗਾ, ਤਾਂ ਇਹ ਭੋਜਨ ਰਸਦਾਨੀ ਹੌਲੀ ਹੌਲੀ ਅੱਗੇ ਵਧੇਗੀ ਅਤੇ ਇਹ ਪਲਾਜ਼ਮਾ ਝਿੱਲੀ ਕੋਲੇ ਪਹੁੰਚ ਜਾਏਗੀ। ਇਸ ਦੀ ਜਿਹੜੀ ਪਲਾਜ਼ਮਾ ਝਿੱਲੀ ਹੈ ਉਹਦੇ ਕੋਲੇ ਪਹੁੰਚ ਜਾਏਗੀ, ਅਤੇ ਭੋਜਨ ਦਾ ਉਹ ਵਾਲਾ ਜਿਹੜਾ ਹਿੱਸਾ ਹੈਗਾ ਉਹ ਭੋਜਨ ਰਸਦਾਨੀ ਜਿਹੜੀ ਹੈਗੀ ਆ ਪਲਾਜ਼ਮਾ ਝਿੱਲੀ ਦੇ ਕੋਲੇ ਜਾ ਕੇ ਰਸਤੇ ਖੋਲ੍ਹ ਦੇਗੀ। ਪਲਾਜ਼ਮਾ ਝਿੱਲੀ ਵੀ ਆਪਣਾ ਰਸਤਾ ਖੋਲ੍ਹ ਦੇਗੀ। ਉਸ ਨਾਲ ਜਿਹੜਾ ਅਣਪਚਿਆ ਹਿੱਸਾ ਹੈਗਾ ਉਹ ਸਰੀਰ 'ਚੋਂ ਬਾਹਰ ਨਿਕਲ ਜਾਏਗਾ। ਭੋਜਨ ਰਸਦਾਨੀ ਫਿਰ ਵਾਪਸ ਉੱਥੇ ਪਹੁੰਚ ਜਾਏਗੀ, ਉਹ ਆਪਣਾ ਭੋਜਨ ਲੈਣ ਲਈ ਫਿਰ ਤਿਆਰ ਹੈ।
ਤਾਂ ਇਸ ਤਰ੍ਹਾਂ ਜਿਹੜਾ ਅਮੀਬਾ ਦੇ ਵਿੱਚ ਜਿਹੜਾ ਫੋਕਟ ਪਦਾਰਥ ਆ ਉਹ ਸਰੀਰ ਦੇ ਵਿੱਚੋਂ ਤਿਆਗ ਦਿੱਤਾ ਗਿਆ। ਤਾਂ ਇਹਦੇ ਪੜਾਅ ਦੇ ਕਿਹੜੇ ਕਿਹੜੇ ਈਵੈਂਟ ਹੋਏ? ਸਭ ਤੋਂ ਪਹਿਲਾਂ ਇਹਦੇ ਵਿੱਚ ਹੋਇਆ ਅੰਤਰਗ੍ਰਹਿਣ, ਦੂਸਰੇ ਨੰਬਰ ਤੇ ਭੋਜਨ ਰਸਦਾਨੀ 'ਚ ਹੋਇਆ ਭੋਜਨ ਦਾ ਪਾਚਨ, ਤੀਸਰੇ ਨੰਬਰ ਤੇ ਪਚਿਆ ਹੋਇਆ ਭੋਜਨ ਸਰੀਰ ਦੇ ਸਾਰੇ ਹਿੱਸਿਆਂ ਨੇ ਸੋਖ ਲਿਆ, ਜਿਹਨੂੰ ਆਪਾਂ ਕਹਿੰਦੇ ਸੋਖਣ। ਸੋਖਣ ਤੋਂ ਬਾਅਦ ਇਹਦਾ ਨਵਾਂ ਪ੍ਰੋਟੋਪਲਾਜ਼ਮ ਬਣ ਗਿਆ, ਜਿਸ ਨੂੰ ਆਪਾਂ ਕਹਿੰਦੇ ਸਵੈ ਅੰਗੀਕਰਨ। ਤੇ ਪੰਜਵੇਂ ਤੇ ਅਖੀਰਲੇ ਨੰਬਰ ਤੇ ਇਸ ਵਿੱਚ ਹੈਗਾ ਮਲ ਤਿਆਗ, ਭਾਵ ਜਿਹੜਾ ਫੋਕਟ ਪਦਾਰਥ ਹੈ ਉਹ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਤਾਂ ਇਹ ਈਵੈਂਟ ਹੈਗੇ ਆ ਜਿਹੜਾ ਅਮੀਬਾ ਵਿੱਚ ਭੋਜਨ ਦੇ ਪਾਚਨ ਦੇ। ਤੋ ਇਹ ਅਲੱਗ-ਅਲੱਗ ਤਰ੍ਹਾਂ ਦੇ ਜੀਵਾਂ ਦੇ ਵਿੱਚ ਆਪਾਂ ਈਵੈਂਟ ਦੇਖਿਆ ਵੀ ਭੋਜਨ ਦਾ ਪਾਚਨ ਜਿਹੜਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈਗਾ। ਤੋ ਹੁਣ ਜੇ ਆਪਾਂ ਦੇਖੀਏ ਤਾਂ ਇਸ ਪਾਠ ਦੇ ਨਾਲ ਸੰਬੰਧਿਤ ਕੁਝ ਹੋਰ ਵੀ ਆਪਾਂ ਦੇਖੀਏ ਤਾਂ ਜਿਵੇਂ ਸਭ ਤੋਂ ਪਹਿਲੇ ਨੰਬਰ 'ਤੇ ਆ ਕੁਝ ਗੱਲਾਂ ਜ਼ਰੂਰੀ ਹੈਗੀਆਂ। ਜੰਤੂ ਪੋਸ਼ਣ ਅਧੀਨ ਪੋਸ਼ਣ ਜ਼ਰੂਰਤਾਂ, ਭੋਜਨ ਗ੍ਰਹਿਣ ਦੀਆਂ ਵਿਧੀਆਂ ਅਤੇ ਸਰੀਰ ਵਿੱਚ ਇਸ ਦੀ ਵਰਤੋਂ ਸ਼ਾਮਲ ਹੈ। ਤੋ ਆ ਆਪਣੀ ਪੂਰੀ ਆਹਾਰ ਨਲੀ ਦੇ ਹਿੱਸੇ ਦੱਸੇ, ਇਹਦੇ ਵਿੱਚ ਜਿਵੇਂ ਮੂੰਹ ਖੋੜ, ਅੰਨ ਨਲੀ, ਅਮੈਦਾ, ਫਿਰ ਉਸ ਵਿੱਚ ਛੋਟੀ ਆਂਦਰ, ਵੱਡੀ ਆਂਦਰ, ਰੈਕਟਮ, ਮਲ ਦੁਆਰ, ਅਤੇ ਕਿਹੜੀਆਂ ਪਾਚਕ ਗ੍ਰੰਥੀਆਂ ਆਪਣੇ ਇਸ ਵਿੱਚ ਮੌਜੂਦ ਹੈਗੀਆਂ ਪੂਰੇ ਸਿਸਟਮ ਦੇ ਵਿੱਚ। ਲਾਰ ਗ੍ਰੰਥੀਆਂ, ਜਿਗਰ ਅਤੇ ਲੁੱਬਾ। ਇਸੇ ਤਰ੍ਹਾਂ ਮੈਦੇ ਦੀ ਪਿੱਤੀ ਅਤੇ ਛੋਟੀ ਆਂਦਰ ਦੀ ਪਿੱਤੀ ਵੀ ਪਾਚਕ ਰਸਾਂ ਦਾ। ਤੋ ਇਸ ਤੋਂ ਇਲਾਵਾ ਆਪਣੀ ਛੋਟੀ ਆਂਦਰ ਦੇ ਵਿੱਚ ਵੀ ਅਤੇ ਮੈਦੇ ਦੀ ਪਿੱਤੀ ਦੇ ਵਿੱਚੋਂ ਵੀ ਜਿਹੜਾ ਪਾਚਕ ਰਸਾਂ ਦਾ ਰਿਸਾਓ ਕੀਤਾ ਜਾਂਦਾ। ਭੋਜਨ ਗ੍ਰਹਿਣ ਕਰਨ ਦੀਆਂ ਵੱਖ-ਵੱਖ ਵਿਧੀਆਂ ਆਪਾਂ ਬੜੇ ਧਿਆਨ ਨਾਲ ਉਸ ਵਿੱਚ ਵੀ ਦੇਖੀਆਂ, ਅਮੀਬਾ ਵਿੱਚ ਵੀ, ਜਿਸ ਵਿੱਚ ਤੁਸੀਂ ਅੰਤਰਗ੍ਰਹਿਣ, ਪਾਚਨ, ਸੋਖਣ, ਸਵੈ ਅੰਗੀਕਰਨ ਅਤੇ ਨਿਸ਼ਕਾਸ਼ਨ, ਜਿਹਨੂੰ ਮਲ ਤਿਆਗ ਵੀ ਕਹਿੰਦੇ, ਉਹਦੇ ਬਾਰੇ ਜਾਣਿਆ। ਸਟਾਰਚ ਬਾਰੇ ਦੱਸਿਆ ਸੀ ਕਿ ਇਸ ਦਾ ਪਾਚਨ ਮੂੰਹ 'ਚ ਹੀ ਸ਼ੁਰੂ ਹੋ ਜਾਂਦਾ ਹੈ। ਪ੍ਰੋਟੀਨ ਦਾ ਪਾਚਨ ਮੈਦੇ 'ਚ ਸ਼ੁਰੂ ਹੁੰਦਾ ਹੈ। ਚਰਬੀ ਦਾ ਪਾਚਨ ਜਿਗਰ ਦੁਆਰਾ ਸ਼ੁਰੂ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬਹੁਤ ਤਰ੍ਹਾਂ ਦਾ ਪਾਚਨ ਆਪਣੇ ਸਰੀਰ ਵਿੱਚ ਇਹਨਾਂ ਤਿੰਨਾਂ ਤਰ੍ਹਾਂ ਦੇ ਮੁੱਖ ਜਟਲ ਭੋਜਨ ਪਦਾਰਥਾਂ ਦਾ ਹੁੰਦਾ, ਕਾਰਬੋਹਾਈਡਰੇਟ, ਚਰਬੀ ਅਤੇ ਪ੍ਰੋਟੀਨ ਦਾ। ਪਾਣੀ ਅਤੇ ਲੂਣ ਦਾ ਸੋਖਣ ਵੱਡੀ ਆਂਦਰ ਵਿੱਚ ਹੁੰਦਾ ਹੈ ਅਤੇ ਇਹ ਸੌਖੇ ਹੋਏ ਭੋਜਨ ਪਦਾਰਥ ਸਰੀਰ 'ਚ ਵਾਪਸ ਭੇਜ ਦਿੱਤੇ ਜਾਂਦੇ। ਰੂਮੀਨੈਂਟ ਕਿਹਨਾਂ ਨੂੰ ਕਿਹਾ ਜਾਂਦਾ ਸੀ? ਗਾਂ, ਮੱਝ ਅਤੇ ਹਿਰਨ ਵਰਗੇ ਜੰਤੂਆਂ ਨੂੰ। ਇਹ ਉਸ ਦੀ ਉਦਾਹਰਣ ਵੀ ਹੈ, ਇਹ ਆਪਾਂ ਦੇਖਿਆ ਸੀ ਕਿਵੇਂ ਕਰਦੇ ਆ ਇਹ। ਤਾਂ ਅਮੀਬਾ ਵਿੱਚ ਜਿਹੜੇ ਆਵਾਸੀ ਪੈਰ ਹੈ ਅਤੇ ਭੋਜਨ ਰਸਦਾਨੀ ਜਿਹੜੀ ਹੈ ਉਹ ਭੋਜਨ ਦੇ ਪਾਚਨ ਦੇ ਵਿੱਚ ਮੁੱਖ ਰੋਲ ਅਦਾ ਕਰਦੀ ਹੈ। ਹੁਣ ਅਭਿਆਸ ਦੇ ਕੁਝ ਪ੍ਰਸ਼ਨ ਹੈਗੇ ਜਿਹੜੇ ਆਪਾਂ ਦੇਖੀਏ। ਜਿਵੇਂ ਸਭ ਤੋਂ ਪਹਿਲਾ ਹੈਗਾ ਮਨੁੱਖ ਪਾਚਨ ਦੇ ਮੁੱਖ ਪੜਾਅ ਕਿਹੜੇ ਹੈ। ਇਸ ਦੇ ਵਿੱਚ ਆਪਾਂ ਅੰਤਰਗ੍ਰਹਿਣ, ਪਾਚਨ, ਸੋਖਣ, ਸਵੈ ਅੰਗੀਕਰਨ ਅਤੇ ਨਿਸ਼ਕਾਸ਼ਨ ਦੱਸਾਂਗੇ। ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈਗੀ ਹੈ? ਜਿਗਰ। ਮੈਦੇ ਵਿੱਚ ਹਾਈਡਰੋਕਲੋਰਿਕ ਐਸਿਡ ਅਤੇ ਡੈਸ਼ ਦਾ ਰਸਾਓ ਹੁੰਦਾ ਹੈ ਜਿਹੜੇ ਭੋਜਨ ਉੱਤੇ ਕਿਰਿਆ ਕਰਦੇ ਹੈਗੇ ਆ। ਤਾਂ ਉਹ ਆਪਾਂ ਦੇਖਿਆ ਸੀ ਮੈਦੇ ਵਿੱਚ ਹਾਈਡਰੋਕਲੋਰਿਕ ਐਸਿਡ ਅਤੇ ਜਿਹੜਾ ਮੈਦੇ ਦਾ ਰਸ ਹੁੰਦਾ ਹੈ ਉਹਦਾ ਰਸਾਓ ਆਪਾਂ ਦੇਖਿਆ ਸੀਗਾ। ਪਹਿਲਾਂ ਆਪਾਂ ਜਦੋਂ ਮੈਦੇ ਬਾਰੇ ਪੜ੍ਹਿਆ ਸੀਗਾ ਉਸ ਵਿੱਚ ਤੁਸੀਂ ਦੇਖਿਆ ਸੀਗਾ ਕਿ ਮੈਦੇ ਦੀ ਅੰਦਰਲੀ ਸਤ੍ਹਾ 'ਤੇ ਪਾਚਕ ਰਸ ਦੇ ਨਾਲ ਨਾਲ ਮਿਊਕਸ ਵੀ ਪੈਦਾ ਹੁੰਦਾ। ਤਾਂ ਆਪਾਂ ਇੱਥੇ ਪਾਚਕ ਰਸ ਕਹਾਂਗੇ, ਜ਼ਿਆਦਾ ਵਧੀਆ ਹੈਗਾ। ਮੈਦੇ ਵਿੱਚ ਹਾਈਡਰੋਕਲੋਰਿਕ ਐਸਿਡ ਅਤੇ ਪਾਚਕ ਰਸ ਦਾ ਰਸਾਓ ਹੁੰਦਾ ਜਿਹੜਾ ਭੋਜਨ ਉੱਤੇ ਕਿਰਿਆ ਕਰਦੇ ਹਨ। ਛੋਟੀ ਆਂਦਰ ਦੀ ਅੰਦਰਲੀ ਪਿੱਤੀ ਉੱਤੇ ਉਂਗਲੀ ਵਰਗੇ ਕਈ ਉਭਾਰ ਹੁੰਦੇ ਹਨ ਜੋ ਰਸ ਅੰਕੁਰ ਅਖਵਾਉਂਦੇ ਹਨ, ਜਾਂ ਜਿਨ੍ਹਾਂ ਨੂੰ ਵਿਲਾਈ ਵੀ ਕਹਿੰਦੇ ਸੀ। ਅਮੀਬਾ ਆਪਣੇ ਭੋਜਨ ਦਾ ਪਾਚਨ ਭੋਜਨ ਰਸਦਾਨੀ ਵਿੱਚ ਕਰਦਾ ਹੈ। ਹੁਣ ਕੁਝ ਸਹੀ ਗਲਤ ਹੈ। ਸਟਾਰਚ ਦਾ ਪਾਚਨ ਮੈਦੇ ਵਿੱਚ ਸ਼ੁਰੂ ਹੁੰਦਾ ਹੈ, ਗਲਤ ਹੈ, ਕਿਉਂਕਿ ਸਟਾਰਚ ਦਾ ਪਾਚਨ ਆਪਣੇ ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਫਿਰ ਹੈ ਵੀ ਜੀਭ ਲਾਰ ਨੂੰ ਭੋਜਨ ਨਾਲ ਮਿਲਾਉਣ ਵਿੱਚ ਸਹਾਇਤਾ ਕਰਦੀ, ਸਹੀ ਹੈ। ਪਿੱਤੇ ਵਿੱਚ ਪਿੱਤ ਰਸ ਅਸਥਾਈ ਰੂਪ ਵਿੱਚ ਇਕੱਠਾ ਹੁੰਦਾ, ਬਿਲਕੁਲ ਸਹੀ ਹੈ। ਅਸਥਾਈ ਰੂਪ ਵਿੱਚ ਇਕੱਠਾ ਹੁੰਦਾ ਰਹਿੰਦਾ, ਜਿਵੇਂ ਜਿਵੇਂ ਇਹ ਬਣਦਾ ਜਾਂਦਾ ਉਵੇਂ ਉਵੇਂ ਇਕੱਠਾ ਹੁੰਦਾ ਜਾਂਦਾ, ਅਤੇ ਜਿਵੇਂ ਜਿਵੇਂ ਇਸ ਨੂੰ ਵਰਤਣਾ ਹੁੰਦਾ ਹੈ ਉਸ ਨੂੰ ਛੋਟੀ ਆਂਦਰ ਵਿੱਚ ਪਹੁੰਚਾ ਦਿੱਤਾ ਜਾਂਦਾ। ਫਿਰ ਆ ਵੀ ਰੂਮੀਨੈਂਟ ਨਿਗਲੇ ਹੋਏ ਘਾਹ ਨੂੰ ਆਪਣੇ ਮੂੰਹ ਵਿੱਚ ਵਾਪਸ ਲਿਆ ਕੇ ਹੌਲੀ ਹੌਲੀ ਚਬਾਉਂਦੇ ਰਹਿੰਦੇ ਹਨ, ਬਿਲਕੁਲ ਸਹੀ ਹੈ। ਤਾਂ ਹੁਣ ਆਪਾਂ ਨੂੰ ਆਬਜੈਕਟਿਵ ਟਾਈਪ ਕੁਐਸਚਨ ਹੈਗੇ ਜਿਹਦੇ 'ਚ ਸਭ ਤੋਂ ਪਹਿਲਾਂ ਵੀ ਚਰਬੀ ਦਾ ਸੰਪੂਰਨ ਪਾਚਨ ਜਿਸ ਅੰਗ ਵਿੱਚ ਹੁੰਦਾ ਹੈ ਉਹ ਕਿਹੜਾ ਹੈ? ਸੰਪੂਰਨ ਪਾਚਨ ਤਾਂ ਛੋਟੀ ਆਂਦਰ ਵਿੱਚ ਹੀ ਹੁੰਦਾ, ਕਿਉਂਕਿ ਛੋਟੀ ਆਂਦਰ ਦੇ ਵਿੱਚ ਜਿਗਰ ਤੋਂ ਜਿਹੜਾ ਪਿੱਤਾ ਰਸ ਇੱਥੇ ਪਹੁੰਚਦਾ ਹੈ ਉਹਦੇ ਨਾਲ। ਪਾਣੀ ਦਾ ਸੋਖਣ ਜਿਸ ਅੰਗ ਰਾਹੀਂ ਕੀਤਾ ਜਾਂਦਾ, ਇਹ ਆਪਾਂ ਪਹਿਲਾਂ ਵੀ ਪੜ੍ਹਿਆ ਸੀ। ਵੱਡੀ ਆਂਦਰ ਦਾ ਜਿਹੜਾ ਆਪਣਾ ਰੈਕਟਮ ਹੈਗਾ ਉਹ ਇਸ ਦਾ ਕਰਦਾ ਹੈਗਾ ਸੋਖਣ।
ਇਸੇ ਤਰ੍ਹਾਂ ਮਿਲਾਨ ਕਰਨਾ ਹੈ, ਜਿਵੇਂ ਇਸ ਵਿੱਚ ਆਪਾਂ ਨੂੰ ਭੋਜਨ ਘਟਕ ਦੱਸਿਆ ਅਤੇ ਪਾਚਕ ਦੀਆਂ ਉਪਜਾਂ ਦੱਸੀਆਂ ਉਹਦੇ ਬਾਰੇ। ਕਾਰਬੋਹਾਈਡਰੇਟ ਦਾ ਬਦਲਾਅ ਕਾਹਦੇ 'ਚ ਹੁੰਦਾ? ਚੀਨੀ ਦੇ ਵਿੱਚ। ਪ੍ਰੋਟੀਨ ਦਾ ਬਦਲਾਅ ਕਾਹਦੇ 'ਚ ਹੁੰਦਾ? ਐਮੀਨੋ ਐਸਿਡ 'ਚ। ਚਰਬੀ ਦਾ ਕਾਹਦੇ 'ਚ ਹੁੰਦਾ? ਫੈਟੀ ਐਸਿਡ ਅਤੇ ਗਲਿਸਰੋਲ ਦੇ ਵਿੱਚ। ਹੁਣ ਕੁਝ ਪ੍ਰਸ਼ਨ ਹੈਗੇ ਆ। ਰਸ ਅੰਕੁਰ ਕੀ ਹੈ, ਇਹ ਕਿੱਥੇ ਮਿਲਦੇ ਆ ਅਤੇ ਇਹਨਾਂ ਦੇ ਕਾਰਜ ਕੀ ਹੈ? ਰਸ ਅੰਕੁਰ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਕਿ ਛੋਟੀ ਅੰਦਰਲੀ ਸਤ੍ਹਾ 'ਤੇ ਜਿਹੜਾ ਖੇਤਰ ਹੈ ਵਧਾਉਣ ਦੇ ਲਈ ਉਂਗਲੀ ਨੁਮਾ ਜਿਹੜੀਆਂ ਬਣਤਰਾਂ ਹੁੰਦੀਆਂ, ਜਿਹੜੀਆਂ ਪਚੇ ਹੋਏ ਭੋਜਨ ਦਾ ਸੋਖਣ ਕਰਦੀਆਂ, ਉਹਨਾਂ ਨੂੰ ਰਸ ਅੰਕੁਰ ਕਹਿੰਦੇ ਹਨ। ਕਿੱਥੇ ਮਿਲਦੀਆਂ ਹਨ? ਛੋਟੀ ਆਂਦਰ ਦੇ ਵਿੱਚ। ਇਹਨਾਂ ਦਾ ਕਾਰਜ ਕੀ ਹੈ ਕਿ ਪਚੇ ਹੋਏ ਭੋਜਨ ਨੂੰ ਸੋਖ ਕੇ, ਪਚੇ ਹੋਏ ਭੋਜਨ ਦੇ ਰਸ ਨੂੰ ਸੋਖ ਕੇ ਉਹਨੇ ਲਹੂ ਕੋਸ਼ਿਕਾਵਾਂ ਵਿੱਚ ਪਹੁੰਚਾਉਣਾ। ਪਿੱਤ ਰਸ ਕਿੱਥੇ ਬਣਦਾ ਹੈ? ਇਹ ਭੋਜਨ ਦੇ ਕਿਸ ਘਟਕ ਦੇ ਪਾਚਨ ਵਿੱਚ ਕੰਮ ਆਉਂਦਾ ਹੈ? ਪਿੱਤ ਰਸ ਜਿਗਰ ਵਿੱਚ ਬਣਦਾ ਹੈ। ਭੋਜਨ ਦਾ ਕਿਹੜਾ ਪਾਚਨ ਜਿਹਨੂੰ ਇਹ ਪਹੁੰਚਾਉਂਦਾ ਹੈ? ਚਰਬੀ ਨੂੰ। ਮੇਰਾ ਵੀ ਉਸ ਕਾਰਬੋਹਾਈਡਰੇਟ ਦਾ ਨਾਂ ਦੱਸਣਾ ਜਿਸ ਦਾ ਪਾਚਨ ਰੂਮੀਨੈਂਟ ਦੁਆਰਾ ਕੀਤਾ ਜਾਂਦਾ ਤੇ ਪਰ ਮਨੁੱਖ ਦੁਆਰਾ ਨਹੀਂ। ਉਹਦਾ ਕਾਰਨ ਦੱਸਣਾ। ਉਸ ਕਾਰਬੋਹਾਈਡਰੇਟ ਦਾ ਨਾਮ ਹੈਗਾ ਸੈਲੂਲੋਸ। ਅਤੇ ਮਨੁੱਖ ਦੁਆਰਾ ਇਸ ਨੂੰ ਕਿਉਂ ਨਹੀਂ ਪਚਾਇਆ ਜਾ ਸਕਦਾ? ਕਿਉਂਕਿ ਮਨੁੱਖ ਕੋਲੇ ਇਸ ਨੂੰ ਪਚਾਉਣ ਲਈ ਕਿਸੇ ਤਰ੍ਹਾਂ ਦਾ ਕੋਈ ਐਂਜ਼ਾਈਮ ਨਹੀਂ ਹੈਗਾ। ਇਸੇ ਤਰ੍ਹਾਂ ਅਗਲਾ ਪ੍ਰਸ਼ਨ ਹੈ ਵੀ ਕੀ ਕਾਰਨ ਹੈ ਕਿ ਸਾਨੂੰ ਗਲੂਕੋਜ਼ ਤੋਂ ਤੁਰੰਤ ਊਰਜਾ ਮਿਲਦੀ ਹੈ? ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼। ਉਸ ਤੋਂ ਸਾਨੂੰ ਤੁਰੰਤ ਊਰਜਾ ਇਸ ਲਈ ਮਿਲਦੀ ਹੈ ਕਿਉਂਕਿ ਗਲੂਕੋਜ਼ ਜਿਹੜਾ ਹੈਗਾ ਉਹ ਕਾਰਬੋਹਾਈਡਰੇਟ ਦਾ ਸਰਲ ਰੂਪ ਹੈ, ਜਿਹੜਾ ਕਿ ਸਹਿਜੇ ਹੀ ਪਚਾਇਆ ਜਾ ਸਕਦਾ ਹੈਗਾ। ਪਰ ਜੇ ਆਪਾਂ ਕਾਰਬੋਹਾਈਡਰੇਟ ਦੇ ਸਟਾਰਚ ਦੀ ਗੱਲ ਕਰੀਏ, ਉਹ ਜਟਿਲ ਹੈ, ਉਸ ਨੂੰ ਸਿੱਧੇ ਤੌਰ 'ਤੇ ਨਹੀਂ ਪਚਾਇਆ ਜਾ ਸਕਦਾ। ਉਸ ਸਟਾਰਚ ਨੂੰ ਪਹਿਲਾਂ ਗਲੂਕੋਜ਼ ਵਿੱਚ ਬਦਲਣਾ ਪੈਂਦਾ। ਹੁਣ ਆਹਾਰ ਨਲੀ ਦੇ ਕਿਹੜੇ ਕਿਹੜੇ ਭਾਗ ਦੁਆਰਾ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ? ਪਚੇ ਹੋਏ ਭੋਜਨ ਦਾ ਸੋਖਣ ਕਿਹਦੇ ਰਾਹੀਂ ਹੁੰਦਾ ਹੈ? ਛੋਟੀ ਆਂਦਰ ਦੇ ਰਸ ਅੰਕੁਰ ਰਾਹੀਂ। ਭੋਜਨ ਨੂੰ ਚਬਾਉਣ ਦਾ ਕੰਮ ਕੌਣ ਕਰਦੇ ਹੈ? ਆਪਣੇ ਜਿਹੜੇ ਜਬਾੜੇ ਦੇ ਵਿੱਚ ਆਪਣੇ ਜਿਹੜੇ ਦੰਦ ਹੈ, ਉਸ ਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਉਹ ਭੋਜਨ ਨੂੰ ਚਬਾਉਣ ਦਾ ਕੰਮ ਕਰਦੀਆਂ। ਜੀਵਾਣੂ ਕਿੱਥੇ ਨਸ਼ਟ ਹੁੰਦੇ ਆ? ਆਪਣੇ ਮੈਦੇ ਦੇ ਵਿੱਚ ਜਿਹੜੇ ਤੇਜ਼ਾਬ ਹੁੰਦੇ ਆ ਉਹ ਜੀਵਾਣੂਆਂ ਦਾ ਨਾਸ਼ ਕਰਦੇ ਆ। ਭੋਜਨ ਦਾ ਸੰਪੂਰਨ ਪਾਚਨ ਕਿੱਥੇ ਹੁੰਦਾ ਹੈ? ਛੋਟੀ ਆਂਦਰ ਦੇ ਵਿੱਚ। ਮਲ ਤਿਆਗ ਜਿਹੜਾ ਹੈਗਾ, ਮਲ ਦਾ ਨਿਰਮਾਣ, ਇਹ ਮਲ ਦਾ ਨਿਰਮਾਣ ਵੱਡੀ ਆਂਦਰ ਦੇ ਵਿੱਚ ਹੁੰਦਾ ਹੈ ਅਤੇ ਵੱਡੀ ਆਂਦਰ ਰਾਹੀਂ ਹੀ ਇਸ ਨੂੰ ਤਿਆਗ ਦਿੱਤਾ ਜਾਂਦਾ ਹੈ। ਹੁਣ ਮਨੁੱਖ ਅਤੇ ਅਮੀਬਾ ਦੇ ਵਿੱਚ ਕੋਈ ਇੱਕ ਸਮਾਨਤਾ ਅਤੇ ਕੋਈ ਇੱਕ ਅੰਤਰ ਦੱਸਣਾ ਆਪਾਂ ਪਾਚਨ ਦੇ ਵਿੱਚ। ਸਮਾਨਤਾ ਤਾਂ ਇਹੀ ਹੈ ਵੀ ਮਨੁੱਖ ਅਤੇ ਅਮੀਬਾ ਦੋਨਾਂ ਦੇ ਵਿੱਚ ਪਾਚਨ ਦੇ ਪੜਾਅ ਉਹੀ ਹੈ। ਜਿਵੇਂ ਕਿ ਉਸ ਵਿੱਚ ਪਹਿਲਾਂ ਅੰਤਰਗ੍ਰਹਿਣ ਸੀ, ਫਿਰ ਉਸ ਦਾ ਪਾਚਨ ਸੀ, ਫਿਰ ਉਸ ਸੋਖਣ ਸੀ, ਫਿਰ ਸਵੈ ਅੰਗੀਕਰਨ ਸੀ, ਫਿਰ ਨਿਸ਼ਕਾਸ਼ਨ ਸੀਗਾ। ਅਤੇ ਅੰਤਰ ਇਸ ਵਿੱਚ ਕੀ ਹੈ ਕਿ ਮਨੁੱਖ ਦੇ ਵਿੱਚ ਪਾਚਨ ਦੇ ਲਈ ਵੱਖ ਵੱਖ ਤਰ੍ਹਾਂ ਦੇ ਅੰਗ ਹੈ। ਮਨੁੱਖ ਵਿੱਚ ਪਾਚਨ ਛੋਟੀ ਆਂਦਰ ਵਿੱਚ ਹੁੰਦਾ ਹੈ ਅਤੇ ਅਮੀਬਾ ਵਿੱਚ ਪਾਚਨ ਉਹਦੀ ਭੋਜਨ ਰਸਦਾਨੀ ਦੇ ਵਿੱਚ ਹੁੰਦਾ ਹੈਗਾ। ਅਤੇ ਮਨੁੱਖ ਵਿੱਚ ਮੂੰਹ ਹੁੰਦਾ ਹੈ, ਅਮੀਬਾ ਵਿੱਚ ਉਸ ਤਰ੍ਹਾਂ ਦਾ ਕੋਈ ਮੂੰਹ ਨਹੀਂ ਹੁੰਦਾ। ਉਹਦੇ ਗਲਤ ਪੈਰਾਂ ਦੇ ਰਾਹੀਂ ਹੀ ਅੰਤਰ ਗ੍ਰਹਿਣ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਕਾਲਮ A ਅਤੇ B ਆਪਾਂ ਇਹਨਾਂ ਦਾ ਮਿਲਾਨ ਕਰਨਾ ਹੈਗਾ। ਜਿਵੇਂ ਇਸ ਵਿੱਚ ਲਾਰ ਗ੍ਰੰਥੀਆਂ, ਇਸ ਦੇ ਵਿੱਚ ਆਪਾਂ ਦੋ ਕਾਲਮਾਂ ਦਾ ਮਿਲਾਨ ਕਰਨਾ ਹੈਗਾ। ਜਿਵੇਂ ਇਸ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਨੂੰ A ਕਾਲਮ 'ਚ ਲਾਰ ਗ੍ਰੰਥੀ ਲਿਖੀ ਹੈ। ਲਾਰ ਗ੍ਰੰਥੀ ਦਾ B ਕਾਲਮ ਦੇ ਵਿੱਚ ਜਿੱਥੇ ਲੁਆਬ ਰਸ ਦਾ ਰਿਸਾਅ ਕਰਨਾ, ਸ਼ਾਇਦ ਉੱਥੇ ਲਾਰ ਰਸ ਹੋ ਸਕਦਾ। ਇਹ ਹੋ ਸਕਦਾ ਪ੍ਰਿੰਟਿੰਗ ਮਿਸਟੇਕ ਹੋਵੇ, ਹੋ ਸਕਦਾ ਇਹਨੂੰ ਲੁਆਬ ਰਸ ਵੀ ਕਹਿੰਦੇ ਹੋਣ, ਪਰ ਲਾਰ ਰਸ ਜ਼ਿਆਦਾ ਵਧੀਆ ਇਸ ਦੇ ਵਿੱਚ ਕਿਹਾ ਜਾਵੇਗਾ ਵੀ ਲਾਰ ਦਾ ਰਿਸਾਵ ਕਰਨਾ। ਮੈਦਾ ਤੇਜ਼ਾਬ ਛੱਡਦਾ ਹੈਗਾ, ਤੁਸੀਂ ਦੇਖਿਆ ਸੀ ਹਾਈਡਰੋਕਲੋਰਿਕ ਤੇਜ਼ਾਬ ਛੱਡਦਾ। ਜਿਗਰ ਦਾ ਕੰਮ ਕੀ ਹੈਗਾ ਕਿ ਜਿਗਰ ਦੇ ਵਿੱਚ ਪਿੱਤਾ ਰਸ ਦਾ ਰਿਸਾਓ ਹੁੰਦਾ। ਰੈਕਟਮ ਦਾ ਕੰਮ ਕੀ ਹੈਗਾ ਕਿ ਬਿਨਾਂ ਪਚੇ ਹੋਏ ਭੋਜਨ ਦਾ ਭੰਡਾਰ ਕਰਨਾ ਹੈਗਾ। ਛੋਟੀ ਆਂਦਰ ਪਾਚਨ ਦਾ ਪੂਰਨ ਇਸ ਵਿੱਚ ਹੁੰਦਾ ਹੈ। ਵੱਡੀ